ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਛੋਟੇ ਲਾਲ ਸਾਹਿਬ ਬਾਬਾ ਜੋਰਾਵਰ ਸਿੰਘ ਜੀ, ਸਾਹਿਬ ਬਾਬਾ ਫਤਿਹ ਸਿੰਘ ਜੀ, ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਸਰਸਾ ਤੋਂ ਹਜੂਰ ਨਾਲੋਂ ਵਿਛੜੇ ਨੇ। ਆਪਾਂ ਵਿਚਾਰਿਆ ਸੀ ਕਿ ਕੁੰਮੇ ਮਾਸ਼ਕੀ ਦੇ ਕੋਲ ਕੁਝ ਸਮਾਂ ਉਹਨਾਂ ਨੇ ਬਤੀਤ ਕੀਤਾ। ਲਕਸ਼ਮੀ ਬ੍ਰਾਹਮਣੀ ਨੇ ਪ੍ਰਸ਼ਾਦੇ ਦੀ ਸੇਵਾ ਕੀਤੀ। ਫਿਰ ਗੰਗੂ ਮਿਲਿਆ, ਉਹ ਆਪਣੇ ਪਿੰਡ ਖੇੜੀ ਲੈ ਗਿਆ। ਉਸ ਦੀ ਨੀਅਤ ਖੋਟੀ ਹੋ ਗਈ। ਸਾਧ ਸੰਗਤ ਜੀ ਲਾਲਚ ਦੇ ਵਸ ਹੋ ਕੇ ਉਸਨੇ ਮੋਹਰਾਂ ਵਾਲੀ ਖੁਰਜੀ ਪਕਾ ਲਈ। ਉਸ ਤੋਂ ਬਾਅਦ ਰੌਲਾ ਪਾ ਦਿੱਤਾ ਕਿ ਚੋਰ ਪੈ ਗਏ। ਮਾਤਾ ਜੀ ਨੂੰ ਪਤਾ ਸੀ। ਮਾਤਾ ਜੀ ਨੇ ਆਖਿਆ, ਗੰਗੂ ਰੌਲਾ ਨਾ ਪਾ, ਕੋਈ ਗੱਲ ਨਹੀਂ, ਜੇ ਮੋਹਰਾਂ ਤੂੰ ਸਾਂਭ ਕੇ ਰੱਖ ਲਈਆਂ ਨੇ। ਉਸ ਵੇਲੇ ਸਾਧ ਸੰਗਤ ਜੀ ਇੰਨਾ ਤਲਖੀ ਵਿੱਚ ਆਇਆ ਕਿ ਗੰਗੂ ਨੇ ਪਿੰਡ ਦੇ ਚੌਧਰੀ ਨੂੰ ਨਾਲ ਲਿਜਾ ਕੇ ਮਰਿੰਡੇ ਥਾਣੇ ਦੇ ਵਿੱਚ ਤਲਾਹ ਦੇ ਦਿੱਤੀ ਹੈ ਕਿ ਗੁਰੂ ਦੇ ਛੋਟੇ ਸਾਹਿਬਜ਼ਾਦੇ ਤੇ ਬੁੱਢੀ ਮਾਂ ਮੇਰੇ ਘਰ ਵਿੱਚ ਨੇ। ਜਾਨੀ ਖਾਂ ਮਾਨੀ ਖਾਂ ਗ੍ਰਿਫਤਾਰ ਕਰਕੇ ਲਿਜਾਂਦੇ ਨੇ। ਮਰਿੰਡੇ ਕੋਤਵਾਲੀ ਦੇ ਵਿੱਚ ਇੱਕ ਰਾਤ ਮਾਤਾ ਜੀ ਬਤੀਤ ਕਰਦੇ ਛੋਟੇ ਲਾਲਾਂ ਜੀ ਦੇ ਸਮੇਤ। ਸਾਧ ਸੰਗਤ ਜੀ ਅਗਲੇ ਦਿਨ ਸਰਹੰਦ ਲੈ ਕੇ ਪਹੁੰਚਦੇ ਨੇ। ਸਰਹੰਦ ਸੂਬਾ ਸਰਹੰਦ ਜੋ ਵਜ਼ੀਰ ਖਾਨ ਸਰਹੰਦ ਦਾ ਨਵਾਬ ਹੈ, ਉਹ ਬੜਾ ਖਪਿਆ ਹੋਇਆ ਸੀ, ਬੜਾ ਦੁਖੀ ਸੀ, ਬੜਾ ਝੂਰਦਾ ਸੀ ਮਨ ਵਿੱਚ ਕਿ ਇੰਨੇ ਲੰਬੇ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਪਕੜ ਰਹੇ ਹਾਂ। ਕਈ ਮਹੀਨਿਆਂ ਦੇ ਘੇਰੇ ਤੋਂ ਬਾਅਦ ਅਨੰਦਪੁਰ ਸਾਹਿਬ ਨੂੰ ਗੁਰੂ ਨੇ ਛੱਡਿਆ। ਫਿਰ ਚਮਕੌਰ ਦੀ ਕੱਚੀ ਗੜੀ ਨੂੰ ਅਸੀਂ ਲੱਖਾਂ ਫੌਜਾਂ ਦੇ ਨਾਲ ਘੇਰਾ ਪਾਇਆ। ਗੁਰੂ ਕਲਗੀਧਰ ਫਿਰ ਵੀ ਨਿਕਲ ਗਏ, ਸਾਡੇ ਹੱਥ ਨਹੀਂ ਆਏ। ਉਸ ਵੇਲੇ ਜਾ ਕੇ ਸਾਧ ਸੰਗਤ ਜੀ ਜਾਨੀ ਖਾਂ ਮਾਨੀ ਖਾਂ ਨੇ ਖਬਰ ਦਿੱਤੀ ਹੈ ਕਿ ਸੂਬਾ ਸਰਹੰਦ ਵਜ਼ੀਰ ਖਾਨ ਜੀ, ਤੁਹਾਨੂੰ ਵਧਾਈ ਹੋਵੇ, ਤੁਹਾਨੂੰ ਅਸੀਂ ਇੱਕ ਖੁਸ਼ਖਬਰੀ ਦਿੰਦੇ ਹਾਂ। ਉਸ ਵੇਲੇ ਸੂਬੇਦਾਰ ਕਹਿਣ ਲੱਗਾ ਵੀ ਕਾਹਦੀ ਖੁਸ਼ਖਬਰੀ ਹੈ? ਕਹਿਣ ਲੱਗੇ, ਅਸੀਂ ਗੁਰੂ ਦੇ ਛੋਟੇ ਲਾਲਾਂ ਨੂੰ ਔਰ ਮਾਤਾ ਨੂੰ ਲੈ ਕੇ ਸਰਹੰਦ ਪਹੁੰਚੇ ਹਾਂ। ਗੁਰੂ ਪਿਆਰਿਓ, ਕੁਝ ਵਜ਼ੀਰ ਖਾਨ ਦੇ ਮਨ ਵਿੱਚ ਖੁਸ਼ੀ ਹੋਈ ਕਿ ਹੋ ਸਕਦਾ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਆਪਣੇ ਛੋਟੇ ਬੱਚਿਆਂ ਨੂੰ ਛਡਾਉਣ ਵਾਸਤੇ ਆਉਣਗੇ। ਗੁਰੂ ਪਿਆਰਿਓ, ਉਸ ਵੇਲੇ ਇਸ ਪਾਪੀ ਵਜੀਦੇ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਦੀ ਮਾਂ ਨੂੰ ਔਰ ਗੁਰੂ ਦੇ ਬੱਚਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਵੇ। ਸਾਧ ਸੰਗਤ ਜੀ 10 ਪੋਹ ਦੀ ਸ਼ਾਮ ਨੂੰ ਸਰਹੰਦ ਪਹੁੰਚੇ ਨੇ। ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਹੈ। ਰਾਤ ਆਪਾਂ ਵਿਚਾਰਿਆ ਸੀ ਕਿ ਕਿਵੇਂ ਲੰਘੀ ਹੈ। ਦਿਨ ਚੜ੍ਹਦਾ ਹੈ, 2 ਸਿਪਾਹੀ ਠੰਡੇ ਬੁਰਜ ਤੇ ਆਉਂਦੇ ਨੇ। ਆਣ ਕੇ ਕਹਿੰਦੇ, ਮਾਂ ਅਸੀਂ ਤੇਰੇ ਬੱਚਿਆਂ ਨੂੰ ਲੈਣ ਵਾਸਤੇ ਆਏ ਹਾਂ। ਮਾਤਾ ਜੀ ਕਹਿੰਦੇ, ਕਿਸ ਵਾਸਤੇ? ਕਹਿਣ ਲੱਗੇ ਕਿ ਮਾਂ ਤੇਰੇ ਬੱਚਿਆਂ ਦੀ ਅੱਜ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ੀ ਹੈ। ਮਾਤਾ ਜੀ ਕਹਿੰਦੇ, ਵੇ ਕਿਹੜੇ ਜੁਰਮ ਦੇ ਵਿੱਚ? ਮੇਰੇ ਬੱਚਿਆਂ ਨੇ ਕੋਈ ਚੋਰੀ ਨਹੀਂ ਕੀਤੀ, ਕੋਈ ਡਾਕਾ ਨਹੀਂ ਮਾਰਿਆ, ਕਿਸੇ ਦਾ ਕਤਲ ਨਹੀਂ ਕੀਤਾ, ਕੋਈ ਗੁਨਾਹ ਨਹੀਂ ਕੀਤਾ, ਤੇ ਪੇਸ਼ੀ ਕਿਸ ਵਾਸਤੇ ਹੈ? ਉਹਨਾਂ ਨੇ ਨੀਵੀਂ ਪਾਈ ਤੇ ਕਹਿਣ ਲੱਗੇ, ਮਾਤਾ ਜੀ ਅਸੀਂ ਹਕੂਮਤ ਦੇ ਹੁਕਮ ਦੇ ਬੱਝੇ ਹੋਏ ਹਾਂ। ਸਾਨੂੰ ਹੁਕਮ ਹੋਇਆ ਹੈ ਕਿ ਬੱਚਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ।
ਸਾਧ ਸੰਗਤ ਜੀ, ਪਹਿਲੇ ਦਿਨ ਮਾਤਾ ਜੀ ਦੇ ਕੋਲੋਂ ਛੋਟੇ ਲਾਲਾ ਨੇ ਦੂਰ ਹੋਣਾ ਹੈ। ਸਾਹਿਬ ਬਾਬਾ ਫਤਿਹ ਸਿੰਘ ਜੀ ਨੂੰ ਹਮੇਸ਼ਾ ਮਾਤਾ ਜੀ ਨਾਲ ਰੱਖਦੇ ਸਨ। ਉਸ ਵੇਲੇ ਮਾਤਾ ਜੀ ਨੇ ਆਪਣੇ ਬੱਚਿਆਂ ਨੂੰ ਤਿਆਰ ਕੀਤਾ ਹੈ। ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬ ਬਾਬਾ ਫਤਿਹ ਸਿੰਘ ਜੀ ਜਦੋਂ ਤੁਰ ਲੱਗੇ ਤੇ ਮਾਂ ਨੇ ਪਿਆਰ ਦੇ ਕੇ ਇੱਕੋ ਗੱਲ ਆਖੀ ਆ ਕਿ ਪੁੱਤਰ, ਇਸ ਗੱਲ ਦਾ ਖਿਆਲ ਰੱਖਿਓ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ। ਤੁਹਾਡਾ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਹੈ। ਵੇਖਿਓ ਕਿਤੇ ਤੁਹਾਡੇ ਪਿਤਾ ਦੀ ਪੱਗ ਨੂੰ ਕੋਈ ਦਾਗ ਨਾ ਲੱਗੇ। ਸਾਹਿਬ ਬਾਬਾ ਫਤਿਹ ਸਿੰਘ ਜੀ ਕਹਿੰਦੇ, ਮਾਂ, ਦਾਦੀ ਮਾਂ, ਜੇ ਕਚਹਿਰੀ ਕਿਤੇ ਬਾਹਰ ਲੱਗੀ ਤੇ ਤੂੰ ਠੰਡੇ ਬੁਰਜ ਤੋਂ ਖਲੋ ਕੇ ਵੇਖੀ ਕਿ ਅਸੀਂ ਇਹਨਾਂ ਜ਼ਾਲਮਾਂ ਨੂੰ ਕਿਵੇਂ ਮੂੰਹ ਤੋੜਵੇਂ ਜਵਾਬ ਦਿੰਦੇ, ਇਹਨਾਂ ਦੇ ਮੂੰਹ ਕਿਵੇਂ ਭੰਨਦੇ ਆ। ਗੁਰੂ ਪਿਆਰਿਓ, ਗੁਰੂ ਦੇ ਲਾਲ 7 ਤੇ 9 ਸਾਲ ਤੇ ਠੰਡੇ ਬੁਰਜ ਤੋਂ ਹੇਠਾਂ ਚੱਲ ਪਏ ਨੇ। ਮਾਤਾ ਜੀ ਵੇਖਦੇ ਰਹੇ ਨੇ, ਜਿੰਨਾ ਚਿਰ ਨਜ਼ਰ ਆਉਂਦੇ ਰਹੇ ਨੇ ਸਾਧ ਸੰਗਤ ਜੀ। ਮਾਤਾ ਜੀ ਠੰਡੇ ਬੁਰਜ ਤੋਂ ਵੇਖਦੇ ਰਹੇ ਨੇ। ਸਿਪਾਹੀ ਲੈ ਕੇ ਪਹੁੰਚੇ ਨੇ। ਸਾਹਮਣੇ ਸੂਬਾ ਸਰਹੰਦ ਕਚਹਿਰੀ ਲਾ ਕੇ ਬੈਠਾ ਹੋਇਆ, ਉਹਦੇ ਸੰਤਰੀ ਮੰਤਰੀ ਵਜ਼ੀਰ ਔਰ ਸਾਧ ਸੰਗਤ ਜੀ ਕਈ ਸੂਬੇਦਾਰ ਉਸ ਕਚਹਿਰੀ ਦੇ ਵਿੱਚ ਬੈਠੇ ਹੋਏ ਨੇ। ਗੁਰੂ ਦੇ ਲਾਲਾ ਨੇ ਜਾ ਕੇ ਬੜੀ ਚੜ੍ਹਦੀ ਕਲਾ ਦੇ ਨਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਇਆ ਔਰ ਗਰਜਵੀਂ ਆਵਾਜ਼ ਦੇ ਵਿੱਚ ਇੱਕ ਦੂਜੇ ਨੂੰ ਸੰਬੋਧਿਤ ਹੋ ਕੇ ਫਤਿਹ ਬੁਲਾਉਣਾ ਕੀਤੀ ਹੈ। ਆਖਿਆ ਹੈ ਇੱਕ ਦੂਜੇ ਵੱਲ ਵੇਖ ਕੇ ਹੱਥ ਜੋੜ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਉਸ ਵੇਲੇ ਕਚਹਿਰੀ ਦੇ ਵਿੱਚ ਆਵਾਜ਼ ਗੂੰਜੀ ਹੈ। ਇੱਕ ਵਾਰੀ ਸਨਾਟਾ ਜਿਹਾ ਛਾ ਗਿਆ, ਸਾਰੇ ਚੁੱਪ ਹੋ ਗਏ ਨੇ। ਕਈਆਂ ਨੇ ਮੂੰਹਾਂ ਵਿੱਚ ਉਂਗਲਾਂ ਪਾ ਲਈਆਂ ਕਿ ਏਡੀ ਵੱਡੀ ਕਚਹਿਰੀ ਲੱਗੀ ਹੋਈ ਹੈ, ਸੂਬਾ ਸਰਹੰਦ ਵਜ਼ੀਰ ਖਾਨ ਬੈਠਾ ਹੈ, ਗੁਰੂ ਗੋਬਿੰਦ ਸਿੰਘ ਦੇ ਛੋਟੇ ਛੋਟੇ ਪੁੱਤਰ ਨੇ, ਇਹਨਾਂ ਦੇ ਚਿਹਰੇ ਤੇ ਕੋਈ ਗਮੀ ਨਹੀਂ, ਕੋਈ ਡਰ ਨਹੀਂ, ਕੋਈ ਭੈ ਨਹੀਂ। ਇੰਨੀ ਚੜ੍ਹਦੀ ਕਲਾ ਦੇ ਵਿੱਚ ਫਤਿਹ ਵਜਾਉਣਾ ਕੀਤੀ ਹੈ। ਉਸ ਵੇਲੇ ਸਾਧ ਸੰਗਤ ਜੀ, ਸਿਪਾਹੀ ਕਹਿਣ ਲੱਗੇ ਜਾਂ ਸੁੱਚਾ ਆਨੰਦ ਕਹਿਣ ਲੱਗਾ ਕਿ ਬੱਚਿਓ, ਇਹ ਆਨੰਦਪੁਰ ਤੁਹਾਡੇ ਗੁਰੂ ਦਾ ਦਰਬਾਰ ਨਹੀਂ, ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ, ਇਹ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਹੈ। ਤੁਸੀਂ ਝੁਕ ਕੇ ਸਲਾਮ ਕਰਨਾ ਕਰੋ। ਸਾਹਿਬਜ਼ਾਦੇ ਕਹਿੰਦੇ, ਕਿਉਂ ਸਲਾਮ ਕਰੀਏ? ਕਹਿਣ ਲੱਗੇ, ਇਸ ਸੂਬੇਦਾਰ ਨੂੰ ਸਾਰੇ ਲੋਕ ਆ ਕੇ ਸਜਦਾ ਤੇ ਸਲਾਮ ਕਰਦੇ ਆ, ਤੁਸੀਂ ਵੀ ਝੁਕ ਕੇ ਸਲਾਮ ਕਰੋ। ਉਸ ਵੇਲੇ ਸਾਧ ਸੰਗਤ ਜੀ, ਸਾਹਿਬ ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, ਸਾਡੀ ਦਾਦੀ ਮਾਂ ਨੇ ਸਾਨੂੰ ਠੰਡੇ ਬੁਰਜ ਦੇ ਵਿੱਚ ਅੰਮ੍ਰਿਤ ਵੇਲੇ ਇਹ ਬਚਨ ਪੜ੍ਹਾਇਆ ਹੈ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਜੇ ਬੰਦਨਾ ਕਰਨੀ ਹੈ ਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੰਦਨਾ ਕਰਨੀ ਹੈ। ਅਸੀਂ ਇਹੋ ਜਿਹੇ ਝੂਠੇ ਰਾਜਿਆਂ ਦੇ ਅੱਗੇ ਝੁਕਦੇ ਨਹੀਂ। ਕੋ ਹਾਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ। ਛੋਟੀ ਜੀ ਬਾਂਹ ਕਰਕੇ ਕਹਿੰਦੇ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ। ਇਹ ਰਾਜੇ 4 ਦਿਨਾਂ ਦੇ ਨੇ। ਸੋ ਗੁਰੂ ਪਿਆਰਿਓ, ਗੁਰੂ ਦੇ ਲਾਲਾ ਨੇ ਆਖਿਆ, ਅਸੀਂ ਇਸ ਸੂਬੇ ਦੇ ਅੱਗੇ ਝੁਕਾਂਗੇ ਨਹੀਂ। ਇਹ ਸਿਰ ਧੜਾਂ ਤੋਂ ਲਹਿ ਤਾਂ ਸਕਦੇ ਆ, ਪਰ ਝੁਕ ਨਹੀਂ ਸਕਦੇ। ਹੈਰਾਨ ਹੋਈ ਜਾਂਦੇ ਆ ਸੁਣ ਕੇ। ਫਿਰ ਕਹਿਣ ਲੱਗੇ, ਬੱਚਿਓ, ਤੁਹਾਡੇ ਪਿਤਾ ਨੂੰ, ਤੁਹਾਡੇ ਭਰਾਵਾਂ ਨੂੰ ਕਤਲ ਕਰ ਦਿੱਤਾ ਹੈ, ਉਹ ਸ਼ਹੀਦ ਹੋ ਗਏ ਨੇ। ਉਹਨਾਂ ਨੂੰ ਰਣ ਤੱਤੇ ਦੇ ਵਿੱਚ ਸਾਡੀਆਂ ਫੌਜਾਂ ਨੇ ਮਾਰ ਦਿੱਤਾ ਹੈ। ਗੁਰੂ ਦੇ ਲਾਲ ਬਾਬਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ ਕਿ ਸਾਡੇ ਭਰਾ ਮਰੇ ਨਹੀਂ, ਉਹ ਸ਼ਹੀਦ ਹੋਏ ਨੇ।
ਉਹ ਕੌਮ ਦੇ ਸ਼ਹੀਦ ਨੇ ਤੇ ਸਾਡੇ ਦਾਦੇ ਦੀ ਗੋਦ ਵਿੱਚ ਜਾ ਬੈਠੇ ਨੇ। ਸੋ ਗੁਰੂ ਪਿਆਰਿਓ, ਸਾਡੇ ਪਿਤਾ ਜੀ ਨੂੰ ਮਾਰਨ ਵਾਲਾ ਇਹੋ ਜਿਹਾ ਸੂਰਮਾ, ਖਤਮ ਕਰਨ ਵਾਲੀ ਕੋਈ ਤਾਕਤ ਇਸ ਦੁਨੀਆ ਤੇ ਪੈਦਾ ਨਹੀਂ ਹੋਈ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਜੋ ਵੀ ਆਵੇ ਉਹਦਾ ਸਿਰ ਝੁਕ ਜਾਂਦਾ ਹੈ। ਤੁਸੀਂ ਸਾਡੇ ਪਿਤਾ ਨੂੰ ਕੀ ਮਾਰਨਾ ਹੈ? ਸਾਡੇ ਪਿਤਾ ਗੁਰੂ ਨੇ ਤੁਹਾਨੂੰ ਬਖਸ਼ ਦਿੱਤਾ ਹੋਵੇਗਾ। ਸੋ ਗੁਰੂ ਪਿਆਰਿਓ, ਉਸ ਵੇਲੇ ਆਖਿਆ ਕੋਈ ਦੁਨੀਆ ਦੀ ਤਾਕਤ ਨਹੀਂ ਪੈਦਾ ਹੋਈ ਸਾਡੇ ਪਿਤਾ ਜੀ ਨੂੰ ਸ਼ਹੀਦ ਕਰਨ ਵਾਲੀ ਜਾਂ ਮਾਰਨ ਵਾਲੀ। ਸੋ ਗੁਰੂ ਪਿਆਰਿਓ, ਇੰਨਾ ਦ੍ਰਿੜ ਇਰਾਦਾ, ਇੰਨਾ ਮਨੋਬਲ ਵੇਖਿਆ ਗੁਰੂ ਦੇ ਛੋਟੇ ਛੋਟੇ ਲਾਲਾਂ ਦਾ। ਉਸ ਵੇਲੇ ਲਾਲਚ ਦੇਣ ਲੱਗੇ, ਕਹਿਣ ਲੱਗੇ ਅਨੰਦਪੁਰ ਸਾਹਿਬ ਤਾਂ ਉੱਜੜ ਗਿਆ ਹੈ, ਉੱਥੇ ਹੁਣ ਸਾਡੀਆਂ ਫੌਜਾਂ ਨੇ ਘੇਰਾ ਪਾ ਲਿਆ ਹੈ, ਅਨੰਦਪੁਰ ਸਾਹਿਬ ਦੇ ਵਿੱਚ ਕੋਈ ਨਹੀਂ ਰਹਿ ਗਿਆ, ਤੁਹਾਡੇ ਭਰਾ ਵੀ ਸ਼ਹੀਦ ਹੋ ਗਏ ਨੇ, ਤੁਸੀਂ ਆਪਣੀਆਂ ਜਾਨਾਂ ਬਚਾ ਲਓ, ਅਸੀਂ ਤੁਹਾਨੂੰ ਦੁਨੀਆ ਦੇ ਸਾਰੇ ਸੁੱਖ ਦੇਵਾਂਗੇ, ਤੁਹਾਨੂੰ ਜਿਵੇਂ ਸੂਬਾ ਸਰਹੰਦ ਦੇ ਵਜ਼ੀਰ ਖਾਨ ਦੇ ਬੱਚੇ ਚੰਗੀ ਵਿਦਿਆ ਪੜ੍ਹਦੇ ਨੇ ਉਹ ਵਿਦਿਆ ਪੜ੍ਹਾਈ ਜਾਵੇਗੀ, ਤੁਹਾਨੂੰ ਉੱਚੇ ਅਹੁਦੇ ਦਿੱਤੇ ਜਾਣਗੇ, ਵੱਡੇ ਹੋਵੋਗੇ, ਤੁਹਾਨੂੰ ਬੇਗਮਾਂ ਦੇ ਡੋਲੇ ਮਿਲਣਗੇ, ਨਵਾਬੀਆਂ ਮਿਲਣਗੀਆਂ, ਤੁਸੀਂ ਸਿੱਖੀ ਨੂੰ ਛੱਡ ਕੇ ਇਸਲਾਮ ਨੂੰ ਕਬੂਲ ਕਰ ਲਓ। ਗੁਰੂ ਪਿਆਰਿਓ, ਉਸ ਵੇਲੇ ਗੁਰੂ ਦੇ ਲਾਲਾਂ ਨੇ ਜਵਾਬ ਦਿੱਤਾ ਹੈ ਕਿ ਜਿੰਨਾ ਚਿਰ ਸਾਡੀਆਂ ਰਗਾਂ ਵਿੱਚ ਖੂਨ ਚੱਲਦਾ ਹੈ, ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ, ਅਸੀਂ ਕਦੀ ਵੀ ਆਪਣੇ ਧਰਮ ਤੋਂ ਮੁਨਕਰ ਨਹੀਂ ਹੋਵਾਂਗੇ, ਸ਼ਹੀਦ ਤਾਂ ਹੋ ਜਾਵਾਂਗੇ ਪਰ ਆਪਣੇ ਧਰਮ ਨੂੰ ਕਦੀ ਨਹੀਂ ਛੱਡਾਂਗੇ। ਤੁਹਾਨੂੰ ਪਤਾ ਨਹੀਂ ਕਿ ਸਾਡੇ ਦਾਦੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੇ ਬਦਲੇ ਆਪਣਾ ਸੀਸ ਦੇ ਦਿੱਤਾ ਹੈ, ਤੇ ਅਸੀਂ ਆਪਣਾ ਧਰਮ ਕਿਉਂ ਛੱਡਾਂਗੇ? ਕਿਵੇਂ ਛੱਡ ਸਕਦੇ ਹਾਂ ਜਦੋਂ ਸਾਡੇ ਦਾਦੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੰਦੇ ਹੈ, ਤੇ ਤੁਸੀਂ ਕਿਵੇਂ ਸੋਚ ਲਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਆਪਣਾ ਧਰਮ ਛੱਡ ਦੇਣਗੇ? ਤੁਸੀਂ ਸੁਣਿਆ ਨਹੀਂ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਿੰਦੂਆਂ ਦੇ ਧਰਮ ਦੀ ਰੱਖਿਆ ਵਾਸਤੇ, ਧੋਤੀ ਲੰਗੋਟੀ ਜਨੇਊ ਨੂੰ ਬਚਾਉਣ ਵਾਸਤੇ, ਹਿੰਦੂਆਂ ਦੇ ਧਾਰਮਿਕ ਮੰਦਰਾਂ ਨੂੰ ਬਚਾਉਣ ਵਾਸਤੇ, ਧਾਰਮਿਕ ਅਸਥਾਨਾਂ ਨੂੰ ਆਬਾਦ ਰੱਖਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਧਰਮ ਦੀ ਰੱਖਿਆ ਕੀਤੀ ਹੈ, ਤੇ ਅਸੀਂ ਆਪਣਾ ਧਰਮ ਕਿਵੇਂ ਛੱਡ ਸਕਦੇ ਹਾਂ? ਜਦੋਂ ਸਾਧ ਸੰਗਤ ਜੀ ਐਸੇ ਬਚਨ ਸੁਣੇ ਆ, ਸਾਰੇ ਹੈਰਾਨ ਵੀ ਜਾਂਦੇ ਆ ਵੀ ਉਮਰ ਇੰਨੀ ਛੋਟੀ ਹੈ ਪਰ ਜਿਹੜੇ ਬਚਨ ਨੇ ਉਹ ਬਹੁਤ ਸਿਆਣਿਆਂ ਵਾਲੇ ਆ। ਗੁਰੂ ਪਿਆਰਿਓ, ਗੁਰੂ ਜੀ ਬਾਣੀ ਦੇ ਬਚਨ ਨੇ ਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹ ਛੋਟੀ ਉਮਰ ਦੇ ਵਿੱਚ ਵੀ ਇੰਨੀ ਉੱਚੀ ਸੋਚਦੇ ਹੁੰਦੇ ਨੇ ਕਿ ਉਹਨਾਂ ਤੋਂ ਸਿੱਖਿਆ ਸਾਰੇ ਜਗਤ ਨੂੰ ਲੈ ਲੈਣੀ ਚਾਹੀਦੀ ਹੈ। ਭਗਤ ਪ੍ਰਹਿਲਾਦ ਜੀ ਦਾ ਜੀਵਨ, ਭਗਤ ਸਾਧ ਸੰਗਤ ਜੀ ਧਰੂ ਜੀ ਦਾ ਜੀਵਨ ਪੜ੍ਹੀਏ ਤੇ ਉਹ ਛੋਟੀ ਆਰਬਲਾ ਦੇ ਵਿੱਚ ਵਾਹਿਗੁਰੂ ਦੇ ਭਗਤ ਬਣੇ। 5 ਵਰ੍ਹਿਆਂ ਦੀ ਉਮਰ ਸੀ ਜਦੋਂ ਧਰੂ ਭਗਤ ਨੇ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ। ਅਕਾਲ ਪੁਰਖ ਦੀ ਭਗਤੀ ਕਰਕੇ ਪਰਮਾਤਮਾ ਨੂੰ ਪ੍ਰਸੰਨ ਕਰਕੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਤੇ ਮਹਾਰਾਜ ਉਹਨਾਂ ਭਗਤਾਂ ਦਾ ਜ਼ਿਕਰ ਕਰਦੇ ਬਾਣੀ ਵਿੱਚ, ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਭਗਤ ਧਰੂ ਨੇ, ਪ੍ਰਹਿਲਾਦ ਨੇ ਵਾਹਿਗੁਰੂ ਦੀ ਭਗਤੀ ਕੀਤੀ ਹੈ, ਐ ਭਾਈ ਤੁਸੀਂ ਉਹਨਾਂ ਤੋਂ ਸਿੱਖਿਆ ਲੈ ਲਓ, ਉਹਨਾਂ ਤਰ੍ਹਾਂ ਵਾਹਿਗੁਰੂ ਦੀ ਭਗਤੀ ਕਰੋ। ਇਹਦਾ ਭਾਵ ਇਹ ਹੈ ਕਿ ਜਦੋਂ ਕੋਈ ਪਰਮਾਰਥ ਦੇ ਰਾਹ ਤੇ ਚੱਲਦਾ ਹੈ ਉਸ ਵੇਲੇ ਉਮਰ ਮਾਇਨੇ ਨਹੀਂ ਰੱਖਦੀ ਵੀ ਵੱਡੀ ਉਮਰ ਹੈ ਜਾਂ ਛੋਟੀ ਉਮਰ ਹੈ। ਗੁਰੂ ਦੀ ਰਹਿਮਤ ਹੋ ਜਾਂਦੀ ਹੈ, ਉਮਰ ਭਾਵੇਂ ਛੋਟੀ ਹੋਵੇ ਪਰ ਉਹਨਾਂ ਦਾ ਆਤਮਿਕ ਗਿਆਨ ਜਿਹੜਾ ਬੁਲੰਦੀਆਂ ਨੂੰ ਛੂਹਦਾ ਹੈ। ਗੁਰੂ ਦੇ ਲਾਲ ਕੋਈ ਆਮ ਨਹੀਂ ਸਨ, ਉਹ ਸਾਡੇ ਬਾਬੇ ਨੇ। ਇਸ ਕਰਕੇ ਅਸੀਂ ਗੁਰੂ ਕਲਗੀਧਰ ਜੀ ਦੇ ਲਾਲਾਂ ਨੂੰ
ਬਾਬੇ ਸ਼ਬਦ ਦੇ ਨਾਲ ਸੰਬੋਧਿਤ ਕਰਦੇ ਹਾਂ ਕਿ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਗੁਰੂ ਪਿਆਰਿਓ ਜਦੋਂ ਨਹੀਂ ਮੰਨੇ, ਉਸ ਵੇਲੇ ਆਖਿਆ ਕਿ ਅਜੇ ਛੋਟੇ ਨੇ, ਅੱਜ ਦਾ ਦਿਨ ਰਹਿਣ ਦਿੰਦੇ ਆ, ਕੱਲ ਨੂੰ ਫੇਰ ਇੱਕ ਵਾਰੀ ਪੁੱਛਾਂਗੇ। ਠੰਡੇ ਬੁਰਜ ਵਿੱਚ ਇੱਕ ਹੋਰ ਰਾਤ ਲੰਘੇਗੀ ਭੁੱਖਿਆਂ ਪਿਆਸਿਆਂ ਦੀ, ਤੇ ਕੱਲ ਨੂੰ ਮੰਨ ਜਾਣਗੇ। ਸਾਧ ਸੰਗਤ ਜੀ, ਇਹ 11 ਪੋਹ ਦਾ ਦਿਨ ਸੀ, ਜਿੱਦਣ ਪਹਿਲੇ ਦਿਨ ਪੇਸ਼ੀ ਹੋਈ ਹੈ। ਤੇ ਉਸ ਵੇਲੇ ਲਾਲਚ ਦਿੱਤੇ ਗਏ, ਸਮਝਾਉਣ ਦਾ ਯਤਨ ਕੀਤਾ ਗਿਆ। ਜਦੋਂ ਸਤਿਗੁਰਾਂ ਦੇ ਲਾਲ ਨਾ ਮੰਨੇ, ਵਜ਼ੀਰ ਖਾਨ ਕਹਿਣ ਲੱਗਾ, ਜਾਓ ਫੇਰ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿਓ, ਪਾਣੀ ਦੀ ਘੁੱਟ ਨਹੀਂ ਦੇਣੀ, ਪ੍ਰਸ਼ਾਦਾ ਨਹੀਂ ਦੇਣਾ, ਖਾਣ ਨੂੰ ਕੁਛ ਨਹੀਂ ਦੇਣਾ, ਪੀਣ ਨੂੰ ਕੁਛ ਨਹੀਂ ਦੇਣਾ, ਤੇ ਉੱਪਰ ਲੈਣ ਲਈ ਕੋਈ ਵਸਤਰ ਵੀ ਨਹੀਂ ਦੇਣਾ। ਜਦੋਂ ਇਹਨਾਂ ਨੂੰ ਠੰਡ ਸਤਾਵੇਗੀ, ਭੁੱਖ ਸਤਾਵੇਗੀ, ਆਪਣੇ ਆਪ ਹੀ ਮੰਨ ਜਾਣਗੇ। ਸਾਧ ਸੰਗਤ ਜੀ, 11 ਪੋਹ ਤੇ 12 ਪੋਹ ਦੀ ਦਰਮਿਆਨੀ ਜਿਹੜੀ ਰਾਤ ਹੈ, ਸਤਿਗੁਰਾਂ ਦੇ ਲਾਲ ਮਾਤਾ ਜੀ ਦੇ ਕੋਲ ਵਾਪਸ ਆਉਂਦੇ ਨੇ ਕਚਹਿਰੀ ਦੇ ਵਿੱਚੋਂ ਚੱਲ ਕੇ ਠੰਡੇ ਬੁਰਜ ਤੇ ਮਾਂ ਉਡੀਕ ਰਹੀ ਹੈ। ਸਾਧ ਸੰਗਤ ਜੀ, ਦੌੜ ਕੇ ਪੌੜੀਆਂ ਚੜ੍ਹੇ ਨੇ। ਜਿਵੇਂ ਸਾਧ ਸੰਗਤ ਜੀ, ਬੱਚਾ ਸਕੂਲੋਂ ਆਉਂਦਾ ਨਾ, ਤੇ ਇਮਤਿਹਾਨ ਹੁੰਦੇ ਆ, ਜੇ ਚੰਗੇ ਨੰਬਰਾਂ ਦੇ ਨਾਲ ਪਰਚੇ ਵਿੱਚੋਂ ਪਾਸ ਹੋਵੇ ਤੇ ਫਿਰ ਆਉਂਦਾ ਹੀ ਦੌੜ ਕੇ ਘਰੇ ਵੜਦਾ ਹੈ, ਬਸਤਾ ਆਪਣਾ ਰੱਖ ਕੇ ਮਾਂ ਕੋਲ ਦੌੜ ਕੇ ਜਾਂਦਾ ਹੈ ਕਿ ਮੈਂ ਆਪਣੀ ਮਾਂ ਨੂੰ ਖੁਸ਼ੀ ਨਾਲ ਦੱਸਾਂਗਾ ਵੀ ਅੱਜ ਮੈਨੂੰ ਇੰਨੇ ਨੰਬਰ ਮਿਲੇ ਆ। ਉਸ ਵੇਲੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੌੜ ਕੇ ਠੰਡੇ ਬੁਰਜ ਦੀਆਂ ਪੌੜੀਆਂ ਚੜ੍ਹੇ ਨੇ ਕਿ ਅਸੀਂ ਮਾਂ ਜੀ ਨੂੰ ਜਾ ਕੇ ਦੱਸਣਾ ਹੈ ਕਿ ਅਸੀਂ ਮੂੰਹ ਤੋੜਵੇਂ ਜਵਾਬ ਦਿੱਤੇ ਨੇ, ਅਸੀਂ ਬਾਪੂ ਦੀ ਪੱਗ ਨੂੰ ਨੀਵੀਂ ਨਹੀਂ ਹੋਣ ਦਿੱਤਾ। ਗੁਰੂ ਪਿਆਰਿਓ, ਮਾਤਾ ਜੀ ਉਡੀਕ ਰਹੇ ਸਨ। ਗੁਰੂ ਦੇ ਲਾਲ ਦੌੜ ਕੇ, ਇਹ 10 ਸਾਧ ਸੰਗਤ ਜੀ 11 ਪੋਹ ਦੀ ਸ਼ਾਮ ਹੈ, ਮਾਤਾ ਜੀ ਦੇ ਕੋਲ ਆਉਂਦੇ ਨੇ। ਮਾਤਾ ਜੀ ਘੁੱਟ ਕੇ ਸੀਨੇ ਨਾਲ ਲਾਉਂਦੇ ਆ, ਫਿਰ ਪੁੱਛਦੇ ਨੇ ਪਿਆਰ ਦੇ ਕੇ ਕਿ ਪੁੱਤਰੋ, ਮੇਰੇ ਲਾਲੋ, ਕੀ ਆਖਿਆ ਹੈ ਜ਼ਾਲਮਾਂ ਨੇ ਤੁਹਾਨੂੰ ਕਚਹਿਰੀ ਦੇ ਵਿੱਚ, ਅਤੇ ਤੁਸੀਂ ਕੀ ਜਵਾਬ ਦਿੱਤਾ ਹੈ? ਬਾਬਾ ਫਤਿਹ ਸਿੰਘ ਜੀ ਇੱਕ ਇੱਕ ਗੱਲ ਦੱਸਦੇ ਆ। ਦਾਦੀ ਮਾਂ ਸਾਨੂੰ ਕਹਿੰਦੇ ਸਨ ਕਿ ਅਨੰਦਪੁਰ ਸਾਹਿਬ ਉੱਜੜ ਗਿਆ ਹੈ, ਤੁਹਾਡੇ ਭਰਾ ਜੰਗ ਵਿੱਚ ਮਾਰੇ ਗਏ ਨੇ, ਸ਼ਹੀਦ ਹੋ ਗਏ ਨੇ, ਤੁਸੀਂ ਆਪਣਾ ਧਰਮ ਛੱਡ ਕੇ ਇਸਲਾਮ ਨੂੰ ਕਬੂਲ ਕਰ ਲਓ, ਅਸੀਂ ਤੁਹਾਨੂੰ ਸਾਰੀ ਦੁਨੀਆ ਦੇ ਸੁੱਖ ਦੇਵਾਂਗੇ। ਪਰ ਅਸੀਂ ਆਪਣੀ ਜੁੱਤੀ ਦੀ ਨੋਕ ਦੇ ਨਾਲ ਠੁਕਰਾਏ ਨੇ। ਇੱਕ ਇੱਕ ਗੱਲ ਦਾ ਅਸੀਂ ਜਵਾਬ ਦਿੱਤਾ ਹੈ, ਸਾਰੀ ਗੱਲ ਦੱਸੀ ਹੈ। ਮਾਤਾ ਜੀ ਬੜੇ ਖੁਸ਼ ਹੋਏ। ਉਸ ਵੇਲੇ ਸਾਧ ਸੰਗਤ ਜੀ, ਮਾਤਾ ਜੀ ਨੇ ਫਿਰ ਸੋਦਰ ਦਾ ਜਾਪ ਕੀਤਾ ਹੈ, ਜਿਵੇਂ 10 ਪੋਹ ਦੀ ਸ਼ਾਮ ਨੂੰ ਕੀਤਾ ਸੀ, ਅੱਜ 11 ਪੋਹ ਦੀ ਸ਼ਾਮ ਹੋ ਗਈ ਹੈ। ਗੁਰਬਾਣੀ ਪੜ੍ਹੀ ਹੈ, ਰਾਤ ਪੈ ਗਈ, ਸੋਹਿਲਾ ਸਾਹਿਬ ਦਾ ਜਾਪ ਕੀਤਾ ਹੈ। ਫਿਰ ਬੱਚਿਆਂ ਨੂੰ ਘੁੱਟ ਕੇ ਸਰਦੀ ਵਿੱਚ ਸੀਨੇ ਨਾਲ ਲਾ ਲਿਆ ਹੈ, ਕਿਉਂਕਿ ਸਾਧ ਸੰਗਤ ਜੀ ਉੱਥੇ ਰਜਾਈਆਂ ਦਾ ਨਿੱਘ ਨਹੀਂ ਸੀ, ਉੱਥੇ ਕੋਈ ਮੋਟੇ ਬਸਤਰ ਨਹੀਂ ਸਨ ਜਿਨ੍ਹਾਂ ਦੇ ਨਾਲ ਗੁਰੂ ਦੇ ਲਾਲ ਆਪਣਾ ਤਨ ਢੱਕ ਲੈਂਦੇ। ਉਹ ਚੱਲਦੀ ਹੋਈ ਸੀਤ ਲਹਿਰ ਠੰਡੇ ਬੁਰਜ ਤੇ ਆਉਂਦੀ ਹੈ। ਉਸ ਚੱਲਦੀ ਹੋਈ ਸਾਧ ਸੰਗਤ ਜੀ, ਠੰਡੀ ਹਵਾ ਨੇ ਗੁਰੂ ਦੇ ਲਾਲਾਂ ਦੇ ਹੱਥ ਜਿਹੜੇ ਠਾਰ ਕੇ ਨੀਲੇ ਕਰ ਦਿੱਤੇ। ਛੋਟੇ ਛੋਟੇ ਮਾਸੂਮ ਬੱਚਿਆਂ ਦੇ ਕੋਮਲ ਜਿਹੇ ਮੁੱਖ ਜਿਹੜੇ ਸਨ, ਉਹਨਾਂ ਤੇ ਸਾਧ ਸੰਗਤ ਜੀ ਸੋ ਠੰਡ ਦੇ ਨਾਲ ਨੀਲੇ ਹੋ ਗਏ ਨੇ। ਮਾਤਾ ਜੀ ਘੁੱਟ ਕੇ ਸੀਨੇ ਦਾ ਨਿੱਘ ਦਿੰਦੇ ਆ ਤੇ ਨਾਲ ਫਿਰ ਸਾਖੀਆਂ ਸੁਣਾਉਂਦੇ ਆ, ਇਤਿਹਾਸ ਦੇ ਬਚਨ ਸੁਣਾਉਂਦੇ ਆ। ਜਿਵੇਂ ਸਾਧ ਸੰਗਤ ਜੀ ਜਿਉਂ ਚੱਲੇ ਨੇ ਸਰਸਾ ਤੋਂ ਪਾਰ ਹੋ ਕੇ, ਆਪਣੇ ਬੱਚਿਆਂ ਨੂੰ ਦ੍ਰਿੜ ਕਰੀ ਜਾਂਦੇ ਨੇ ਮਾਤਾ ਗੁਜਰ ਕੌਰ ਜੀ, ਉਹਨਾਂ ਦੇ ਅਕੀਦੇ ਨੂੰ ਹੋਰ ਮਜ਼ਬੂਤ ਕਰੀ ਜਾਂਦੇ ਆ, ਗੁਰਬਾਣੀ ਦੇ ਸ਼ਬਦ ਸੁਣਾਉਂਦੇ ਆ। ਸੋ ਸਾਧ ਸੰਗਤ ਜੀ ਥੱਕੇ ਹੋਏ ਸਨ, ਫਿਰ ਨੀਂਦ ਆ ਗਈ ਹੈ। ਦਾਦੀ ਮਾਂ ਦੀ ਗੋਦ ਦਾ ਨਿੱਘ ਮਿਲਿਆ ਹੈ, ਪਰ ਬਜ਼ੁਰਗ ਮਾਤਾ ਗੁਜਰ ਕੌਰ ਨਹੀਂ ਸੁੱਤੇ। ਗੁਰੂ ਪਿਆਰਿਓ, ਜਿਨ੍ਹਾਂ ਨੂੰ ਪਤਾ ਨਹੀਂ ਕਿ ਮੇਰਾ ਪੁੱਤਰ ਕਿੱਥੇ ਹੈ,
ਮੇਰੀਆਂ ਨੌਹਾਂ ਕਿੱਥੇ ਚਲੀਆਂ ਗਈਆਂ ਨੇ, ਵੱਡੇ ਮੇਰੇ ਪੋਤੇ ਸ਼ਹੀਦ ਹੋ ਗਏ ਨੇ, ਉਹਨਾਂ ਨੂੰ ਨੀਂਦ ਕਿਵੇਂ ਆਵੇਗੀ। ਉਹ ਗੁਰੂ ਗੁਰੂ ਜਪ ਰਹੇ ਸਨ। ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਕੇ ਕਹਿੰਦੇ, ਸਤਿਗੁਰੂ ਕਿਰਪਾ ਕਰਿਓ, ਸਾਡੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਇੰਨੇ ਚਿਰ ਨੂੰ ਸਾਧ ਸੰਗਤ ਜੀ ਪੈਰਾਂ ਦਾ ਖੜਕਾ ਹੋਇਆ ਠੰਡੇ ਬੁਰਜ ਦੇ ਉੱਪਰ, ਤੇ ਮਾਤਾ ਜੀ ਆਵਾਜ਼ ਦੇ ਕੇ ਕਹਿੰਦੇ, ਕੌਣ? ਉਸਨੇ ਆਖਿਆ, ਜੀ ਮੈਂ ਮੋਤੀ ਹਾਂ। ਮਾਂ ਜੀ, ਮੈਂ ਤੁਹਾਡੇ ਬੱਚਿਆਂ ਵਾਸਤੇ ਦੁੱਧ ਲੈ ਕੇ ਆਇਆ। ਗੁਰੂ ਪਿਆਰੇ ਮੋਤੀ ਮਹਿਰਾ ਜੀ, ਭਾਈ ਮੋਤੀ ਰਾਮ ਜੀ, ਜਿਹੜੇ ਕਿਲੇ ਦੇ ਵਿੱਚ ਕਹਿੰਦੇ ਨੌਕਰੀ ਕਰਦੇ ਸਨ, ਫੌਜ ਦਾ ਭੋਜਨ ਬਣਾਉਂਦੇ ਸਨ, ਜਾਂ ਵਿਦਵਾਨ ਕਹਿੰਦੇ ਆ ਕਿ ਉਹਨਾਂ ਨੇ ਸੁਣਿਆ ਸੀ ਕਿ ਗੁਰੂ ਦੇ ਲਾਲਾਂ ਨੂੰ ਕੈਦ ਕੀਤਾ ਹੋਇਆ ਠੰਡੇ ਬੁਰਜ ਦੇ ਵਿੱਚ, ਤੇ ਉਹ ਆਪਣੇ ਘਰ ਵਿੱਚੋਂ ਦੁੱਧ ਗਰਮ ਕਰਕੇ ਲਿਆਏ, ਆਪਣੀ ਘਰਵਾਲੀ ਦੇ ਗਹਿਣੇ ਸਿਪਾਹੀਆਂ ਨੂੰ ਦੇ ਕੇ ਜਿਹੜੇ ਪਹਿਰੇ ਤੇ ਸਨ, ਫਿਰ ਮਾਤਾ ਜੀ ਨੂੰ ਜਾ ਕੇ ਅਤੇ ਛੋਟੇ ਲਾਲਾ ਨੂੰ ਦੁੱਧ ਛਕਾਉਣ ਵਾਸਤੇ ਪਹੁੰਚੇ ਨੇ। ਸਾਧ ਸੰਗਤ ਜੀ, ਮਾਤਾ ਜੀ ਕਹਿੰਦੇ ਆ ਕਿ ਪੁੱਤਰ ਤੂੰ ਕਿਉਂ ਖਤਰਾ ਮੁੱਲ ਲੈ ਰਿਹਾ, ਜੇ ਪਤਾ ਲੱਗ ਗਿਆ ਤੇ ਤੈਨੂੰ ਸਜ਼ਾ ਦੇਣਗੇ। ਮੋਤੀ ਰਾਮ ਜੀ ਕਹਿਣ ਲੱਗੇ, ਮਾਤਾ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਸਭ ਕੁਝ ਆਪਣਾ ਨਿਸ਼ਾਵਰ ਕਰ ਰਹੇ ਨੇ, ਜ਼ਾਲਮਾਂ ਨੂੰ ਖਤਮ ਕਰਨ ਵਾਸਤੇ, ਧਰਮ ਨੂੰ ਉਭਾਰਨ ਵਾਸਤੇ, ਕੀ ਅਸੀਂ ਗੁਰੂ ਦੇ ਲਾਲਾਂ ਦੀ ਇੰਨੀ ਵੀ ਸੇਵਾ ਨਹੀਂ ਕਰ ਸਕਦੇ? ਮਾਤਾ ਜੀ ਨੇ ਆਖਿਆ, ਗੁਰੂ ਕਿਰਪਾ ਕਰੇ। ਗੁਰੂ ਪਿਆਰਿਓ ਦੁੱਧ ਛਕਿਆ। ਉਹ ਰਾਤ ਲੰਘੀ ਹੈ, ਦਿਨ ਦਾ ਚੜ੍ਹਾਅ ਹੋਇਆ, 12 ਪੋਹ ਦਾ ਦਿਨ ਆਉਂਦਾ ਏ, ਤੇ ਫਿਰ ਗੁਰੂ ਦੇ ਲਾਲਾਂ ਨੂੰ ਕਚਹਿਰੀ ਦੇ ਵਿੱਚ ਪੇਸ਼ ਹੋਣ ਵਾਸਤੇ ਬੁਲਾਇਆ ਜਾਂਦਾ ਹੈ। ਇਹ ਦੂਜੇ ਦਿਨ ਦੀ ਪੇਸ਼ੀ ਸੀ। ਸਾਧ ਸੰਗਤ ਜੀ ਸਿਪਾਹੀ ਲੈਣ ਵਾਸਤੇ ਆਏ। ਮਾਤਾ ਜੀ ਨੂੰ ਪਤਾ ਸੀ ਲਿਜਾਣਗੇ, ਇਸ ਕਰਕੇ ਮਾਤਾ ਜੀ ਨੇ ਤਿਆਰ ਕਰ ਦਿੱਤਾ, ਤੇ ਫਿਰ ਪਿਆਰ ਦੇ ਕੇ ਗਿਆ, ਪੁੱਤਰੋ ਇਹਨਾਂ ਜ਼ਰੂਰ ਖਿਆਲ ਰੱਖਣਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ, ਤੁਹਾਡਾ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਹੈ। ਸਾਧ ਸੰਗਤ ਜੀ ਫਿਰ ਚੱਲ ਪਏ ਨੇ। ਜਦੋਂ ਕਚਹਿਰੀ ਦੇ ਦਰਵਾਜ਼ੇ ਦੇ ਲਾਗੇ ਗਏ, ਉਸ ਵੇਲੇ ਇੱਕ ਵਿਉਂਤ ਬਣਾਈ ਹੋਈ ਸੀ ਕਿ ਕੱਲ ਤਾਂ ਝੁਕੇ ਨਹੀਂ, ਤੇ ਅੱਜ ਇੱਕ ਢੰਗ ਦੇ ਨਾਲ ਝੁਕਾਇਆ ਜਾ ਸਕਦਾ ਹੈ। ਉਹ ਕਿਹੜਾ ਤਰੀਕਾ ਵਰਤਿਆ ਕਿ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰਕੇ ਛੋਟੀ ਜਿਹੀ ਖਿੜਕੀ ਖੋਲੀ ਹੋਈ ਸੀ, ਵੀ ਜਦੋਂ ਗੁਰੂ ਦੇ ਬੱਚੇ ਖਿੜਕੀ ਵਿੱਚੋਂ ਸਿਰ ਝੁਕਾ ਕੇ ਲੰਘਣਗੇ, ਅਸੀਂ ਤਾੜੀ ਮਾਰ ਕੇ ਸਾਰੇ ਹੱਸਾਂਗੇ ਤੇ ਆਖਾਂਗੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਝੁਕ ਗਏ ਨੇ। ਇਹ ਖਬਰ ਫੈਲ ਜਾਵੇਗੀ, ਗੁਰੂ ਕੋਲ ਪਹੁੰਚੇਗੀ, ਤੇ ਗੁਰੂ ਗੋਬਿੰਦ ਸਿੰਘ ਨੂੰ ਪਤਾ ਲੱਗੇਗਾ ਗੁਰੂ ਦੇ ਪੁੱਤਰ ਝੁਕ ਗਏ ਨੇ। ਗੁਰੂ ਪਿਆਰਿਓ, ਪਰ ਇੰਨੀ ਉੱਚੀ ਸੋਚ ਦੇ ਮਾਲਕ ਨੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਜਦੋਂ ਕਚਹਿਰੀ ਦੇ ਦਰਵਾਜ਼ੇ ਦੇ ਲਾਗੇ ਗਏ, ਜਿਹੜਾ ਅੱਗੇ ਸਿਪਾਹੀ ਜਾ ਰਿਹਾ ਸੀ ਉਹ ਝੁਕ ਕੇ ਲੰਘਿਆ ਏ, ਤੇ ਸਾਧ ਸੰਗਤ ਜੀ ਉਹਦੇ ਝੁਕ ਕੇ ਲੰਘਣ ਦਾ ਇਹ ਭਾਵ ਸੀ ਕਿ ਮੇਰੇ ਵੱਲ ਵੇਖ ਕੇ ਬੱਚੇ ਵੀ ਝੁਕ ਕੇ ਲੰਘਣਗੇ। ਉਸ ਵੇਲੇ ਇੱਕ ਦੂਜੇ ਵੱਲ ਦੋਵਾਂ ਨੇ ਵੇਖਿਆ ਤੇ ਰਮਜ ਵਿੱਚ ਹੀ ਸਮਝ ਗਏ ਵੀ ਇਹਨਾਂ ਦੀ ਚਾਲ ਸਾਨੂੰ ਝੁਕਾਉਣਾ ਚਾਹੁੰਦੇ ਆ। ਤੇ ਗੁਰੂ ਪਿਆਰਿਓ, ਉਸ ਵੇਲੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੇ ਆਪਣੇ ਛੋਟੇ ਛੋਟੇ ਚਰਨਾਂ ਵਿੱਚ ਪਾਏ ਹੋਏ ਜੋੜੇ ਪਹਿਲਾਂ ਅੱਗੇ ਕੀਤੇ ਹੈ। ਆਪਣੇ ਚਰਨ ਅੱਗੇ ਕੀਤੇ ਨੇ, ਸਿਰ ਨਹੀਂ ਝੁਕਾਇਆ। ਸਾਹਮਣੇ ਸੂਬਾ ਸਰਹੰਦ ਵੇਖ ਰਿਹਾ, ਉਹਨੂੰ ਜੁੱਤੀ ਵਿਖਾਈ ਹੈ ਕਿ ਅਸੀਂ ਤੇਰੇ ਲਾਲਚਾਂ ਨੂੰ ਇਸ ਜੁੱਤੀ ਦੀ ਨੋਕ ਨਾਲ ਟਕਰਾਉਂਦੇ ਹਾਂ, ਅਸੀਂ ਨਵਾਬੀਆਂ ਨੂੰ ਜੁੱਤੀ ਦੀ ਨੋਕ ਨਾਲ ਟਕਰਾਉਂਦੇ ਹਾਂ। ਸਭਾ ਦੇ ਵਿੱਚ ਜਾ ਕੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਇਆ, ਗਰਜਵੀਂ ਆਵਾਜ਼ ਵਿੱਚ ਫਤਿਹ ਬੁਲਾਈ ਹੈ। ਉਸ ਵੇਲੇ ਸੁੱਚਾ ਨੰਦ ਉੱਠਿਆ ਹੈ, ਬੜੇ ਗੁੱਸੇ ਵਿੱਚ ਕਹਿਣ ਲੱਗਾ ਵੀ ਝੁਕ ਕੇ ਸਲਾਮ ਕਰੋ। ਸਤਿਗੁਰਾਂ ਦੇ ਸਾਹਿਬਜ਼ਾਦੇ ਝੁਕੇ ਨਹੀਂ। ਉਸ ਵੇਲੇ ਸਾਧ ਸੰਗਤ ਜੀ ਫਿਰ ਕਹਿਣ ਲੱਗੇ ਵੀ ਇਦਾਂ ਨਹੀਂ ਇਹਨਾਂ ਮੰਨਣਾ, ਅੱਜ ਕੋਈ ਸਜ਼ਾ ਦਿੱਤੀ ਜਾਵੇ। ਭਾਈ ਦੂਨਾ ਸਿੰਘ ਜੀ ਹੰਡੂਰੀਆ, ਜਿਹੜੇ ਸਮਕਾਲੀ ਕਵੀ ਹੋਏ ਨੇ, ਉਸ ਸਮੇਂ ਦੇ ਕਵੀ ਨੇ, ਜਿਹੜੇ ਸਮੇਂ ਦੇ ਇਹ ਸਾਰਾ ਸਾਧ ਸੰਗਤ ਜੀ ਬਿਰਤਾਂਤ ਹੋਇਆ, ਜੋ ਕੁਝ ਅਸੀਂ ਪਿਛਲੇ ਦਿਨਾਂ ਤੋਂ ਵਿਚਾਰਦੇ ਆ ਰਹੇ ਹਾਂ,
ਜੋ ਕੁਝ ਵਾਪਰਿਆ ਭਾਈ ਦੂਨਾ ਸਿੰਘ ਜੀ ਲਿਖਦੇ ਆ ਵੀ ਮੈਂ ਆਪਣੀਆਂ ਅੱਖਾਂ ਨਾਲ ਤੱਕਿਆ। ਉਹ ਹੰਡੂਰ ਦੇ ਰਹਿਣ ਵਾਲੇ ਸਨ, ਸਤਿਗੁਰਾਂ ਦੇ ਸਮਕਾਲੀ ਕਵੀ ਨੇ। ਉਹਨਾਂ ਨੇ ਇੱਕ ਗ੍ਰੰਥ ਲਿਖਿਆ, ਉਹਦਾ ਨਾਮ ਰੱਖਿਆ ਸੀ ਕਿ ਕਥਾ ਗੁਰਸੁਤਨ। ਗੁਰੂ ਸੁਤਨ ਭਾਵ ਗੁਰੂ ਦੇ ਪੁੱਤਰਾਂ ਦੀ ਕਥਾ। ਉਹਦੇ ਵਿੱਚ ਉਹ ਲਿਖਦੇ ਨੇ ਵੀ ਕੱਲਾ ਨੀਹਾਂ ਵਿੱਚ ਚੁਣ ਕੇ ਸ਼ਹੀਦ ਨਹੀਂ ਕੀਤਾ, ਗੁਰੂ ਦੇ ਲਾਲਾਂ ਨੂੰ ਮਨਾਉਣ ਦਾ ਯਤਨ ਕੀਤਾ। ਤਸੀਹੇ ਦਿੱਤੇ ਸਨ ਬਾਬਾ ਜੋਰਾਵਰ ਸਿੰਘ ਜੀ ਨੂੰ, ਬਾਬਾ ਫਤਿਹ ਸਿੰਘ ਜੀ ਨੂੰ। ਉਹਨਾਂ ਨੇ ਸਾਧ ਸੰਗਤ ਜੀ, ਭਾਈ ਦੂਨਾ ਸਿੰਘ ਜੀ ਕਹਿੰਦੇ ਨੇ ਕਿ ਖਮਚੀਆਂ ਮਾਰੀਆਂ। ਖਮਚੀਆਂ ਤੋਂ ਭਾਵ ਪਤਲੀ ਜੀ ਸਾਧ ਸੰਗਤ ਜੀ, ਕਿਉਂ ਕਹਿ ਲਓ ਕੋਰੜਾ ਜਾਂ ਤੂਤ ਦੀ ਸ਼ਮਕ, ਤੂਤ ਦੀਆਂ ਸ਼ਮਕਾਂ ਦੇ ਨਾਲ ਜ਼ੋਰ ਨਾਲ ਮਾਰਨ ਲੱਗੇ ਕਿ ਤੁਸੀਂ ਇਸਲਾਮ ਨੂੰ ਕਬੂਲ ਕਰੋ, ਆਪਣੇ ਧਰਮ ਨੂੰ ਛੱਡੋ। ਸਤਿਗੁਰਾਂ ਦੇ ਲਾਲ ਮੰਨਦੇ ਨਹੀਂ, ਕੋਮਲ ਜੇ ਸਰੀਰਾਂ ਦੇ ਉੱਤੇ ਲਾਸ਼ਾਂ ਪਾ ਦਿੱਤੀਆਂ। ਗੁਰੂ ਪਿਆਰਿਓ, ਫਿਰ ਉਸ ਤੋਂ ਬਾਅਦ ਕਹਿੰਦੇ ਇੱਕ ਪਿੱਪਲ ਨਾਲ ਬੰਨ੍ਹਿਆ ਗਿਆ। ਭਾਈ ਦੂਨਾ ਸਿੰਘ ਜੀ ਲਿਖਦੇ ਨੇ ਕਿ ਪਿੱਪਲ ਨਾਲ ਬੰਨ੍ਹ ਕੇ ਤੇ ਗੁਲੇਲੇ ਮਾਰੇ। ਗੁਲੇਲ ਦੇ ਨਾਲ ਖਿੱਚ ਕੇ ਸਾਧ ਸੰਗਤ ਜੀ ਪੱਥਰ ਵਿੱਚ ਰੱਖ ਕੇ ਮਾਰਦੇ ਸਨ। ਇੱਕ ਕਹਿੰਦੇ ਪੱਥਰ ਆ ਕੇ ਬਾਬਾ ਫਤਿਹ ਸਿੰਘ ਜੀ ਦੀ ਸੱਜੀ ਅੱਖ ਦੇ ਉੱਪਰ ਵੱਜ ਗਿਆ ਤੇ ਉਹਨਾਂ ਦੀ ਅੱਖ ਨੀਲੀ ਹੋ ਗਈ ਹੈ। ਫਿਰ ਕਹਿਣ ਲੱਗੇ ਵੀ ਹੁਣ ਬਹੁਤ ਹੋ ਗਿਆ, ਹੁਣ ਖੋਲੋ। ਤੇ ਖੋਲ ਕੇ ਕਹਿਣ ਲੱਗੇ ਹੁਣ ਤੁਸੀਂ ਇਸਲਾਮ ਨੂੰ ਕਬੂਲ ਕਰੋਗੇ? ਕਹਿੰਦੇ ਨੇ ਬਾਬਾ ਫਤਿਹ ਸਿੰਘ ਜੀ ਨੇ ਆਪਣੇ ਹੱਥ ਦੇ ਨਾਲ ਅੱਖ ਮਲਦਿਆਂ ਹੋਇਆਂ ਸਿਰ ਹਿਲਾ ਦਿੱਤਾ ਵੀ ਨਹੀਂ। ਗੁਰੂ ਪਿਆਰਿਓ, ਗੁਰੂ ਦੇ ਛੋਟੇ ਛੋਟੇ ਲਾਲਾਂ ਨੇ ਇੰਨੇ ਤਸੀਹੇ ਜੜੇ ਨੇ ਤਨ ਤੇ। ਫਿਰ ਭਾਈ ਦੂਨਾ ਸਿੰਘ ਜੀ ਲਿਖਦੇ ਨੇ ਪੀਪਰ ਬਾਂਧ ਗੁਲੇਲੇ ਮਾਰੇ, ਕਿ ਪਿੱਪਲ ਨਾਲ ਬੰਨ੍ਹ ਕੇ ਗੁਲੇਲੇ ਮਾਰੇ ਆ। ਫਿਰ ਉਂਗਲਾਂ ਦੇ ਵਿੱਚ ਪਲੀਤੇ ਰੱਖੇ ਆ, ਪਲੀਤਿਆਂ ਨੂੰ ਅੱਗ ਲਾ ਕੇ ਉਂਗਲਾਂ ਦਾ ਮਾਸ ਸਾੜਿਆ। ਤੇ ਫਿਰ ਪੁੱਛਦੇ ਸਨ ਵੀ ਹੁਣ ਤੁਸੀਂ ਇਸਲਾਮ ਨੂੰ ਕਬੂਲ ਕਰੋਗੇ? ਗੁਰੂ ਦੇ ਲਾਲ ਕਹਿੰਦੇ ਸਨ ਅਸੀਂ ਆਪਣੇ ਧਰਮ ਨੂੰ ਕਦਾਚਿਤ ਵੀ ਨਹੀਂ ਛੱਡਾਂਗੇ। ਗੁਰੂ ਪਿਆਰਿਓ, ਇੰਨੇ ਤਸੀਹੇ ਦੇਣ ਤੋਂ ਬਾਅਦ ਫਿਰ ਕਹਿਣ ਲੱਗੇ ਜੇ ਤੁਹਾਨੂੰ ਛੱਡ ਦਈਏ ਫਿਰ ਤੁਸੀਂ ਕੀ ਕਰੋਗੇ? ਕਿਉਂਕਿ ਉਸ ਵੇਲੇ ਵਜ਼ੀਰ ਖਾਨ ਨੇ ਜਦੋਂ ਮਲੇਰਕੋਟਲੇ ਨਵਾਬ ਦੀ ਗੱਲ ਸੁਣੀ ਤੇ ਕੁਝ ਮਨ ਵਿੱਚ ਸੋਚਿਆ ਵੀ ਹੁਣ ਬੱਚਿਆਂ ਨੂੰ ਛੱਡ ਦੇਣਾ ਚਾਹੀਦਾ। ਕਿਉਂਕਿ ਜੋ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਸੀ, ਉਸਨੇ ਸਾਧ ਸੰਗਤ ਜੀ ਹਾ ਦਾ ਨਾਅਰਾ ਮਾਰਿਆ। ਹਾ ਦਾ ਨਾਅਰਾ ਭਾਵ ਉਸਨੇ ਆਖਿਆ ਸੀ ਕਿ ਵਜ਼ੀਰ ਖਾਨ, ਜਿਹੜਾ ਜ਼ੁਲਮ ਤੂੰ ਬੱਚਿਆਂ ਤੇ ਢਾ ਰਿਹਾ ਹੈ, ਇਹ ਇਸਲਾਮ ਦੇ ਵਿੱਚ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਹੈ। ਇਹ ਸ਼ੀਰਖੋਰ ਬੱਚੇ ਨੇ। ਠੀਕ ਹੈ, ਗੁਰੂ ਗੋਬਿੰਦ ਸਿੰਘ ਸਾਡਾ ਦੁਸ਼ਮਣ ਹੈ, ਕਿਉਂਕਿ ਵਜ਼ੀਰ ਖਾਨ ਨੇ ਆਖਿਆ ਸੀ ਨਵਾਬ ਸਾਹਿਬ, ਤੁਹਾਡੇ ਭਰਾ ਨਾਰ ਖਾਨ ਨੂੰ, ਤੁਹਾਡੇ ਭਤੀਜੇ ਖਿਜ਼ਰ ਖਾਨ ਨੂੰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਹੈ। ਗੁਰੂ ਗੋਬਿੰਦ ਸਿੰਘ ਦੇ ਪੁੱਤਰ ਅਜੀਤ ਸਿੰਘ ਨੇ ਖਿਜ਼ਰ ਖਾਨ ਨੂੰ ਮਾਰਿਆ ਹੈ। ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਸਕੇ ਭਰਾ ਨਾਰ ਖਾਨ ਨੂੰ ਮਾਰਿਆ ਹੈ। ਚਮਕੌਰ ਦੀ ਗੜੀ ਵਿੱਚ ਤੁਸੀਂ ਆਪਣੇ ਭਰਾ ਤੇ ਭਤੀਜੇ ਦਾ ਬਦਲਾ ਲੈ ਲਓ, ਗੁਰੂ ਦੇ ਬੱਚਿਆਂ ਨੂੰ ਕੋਹ ਕੇ ਮਾਰ ਕੇ। ਤੇ ਗੁਰੂ ਪਿਆਰੇ ਸ਼ੇਰ ਮੁਹੰਮਦ ਖਾਨ ਨੇ ਆਖਿਆ ਇਹ ਸ਼ੀਰਖੋਰ ਬੱਚੇ ਨੇ, ਇਹਨਾਂ ਤੇ ਜ਼ੁਲਮ ਢਾਉਣਾ ਬਹੁਤ ਵੱਡਾ ਪਾਪ ਹੈ। ਗੁਰੂ ਗੋਬਿੰਦ ਸਿੰਘ ਜੀ ਮਿਲਣਗੇ, ਟੱਕਰਨਗੇ ਤੇ ਜ਼ਰੂਰ ਬਦਲਾ ਲਵਾਂਗਾ, ਪਰ ਮੈਂ ਕਦੀ ਵੀ ਇਹਨਾਂ ਗੁਰੂ ਦੇ ਛੋਟੇ ਮਾਸੂਮ ਬੱਚਿਆਂ ਦੇ ਉੱਤੇ ਜ਼ੁਲਮ ਨਹੀਂ ਕਰਾਂਗਾ। ਜੋ ਵੀ ਜ਼ੁਲਮ ਕਰੇਗਾ ਉਹਦੀ ਜੜ ਪੁੱਟੀ ਜਾਵੇਗੀ। ਗੁਰੂ ਪਿਆਰਿਓ, ਉਸ ਵੇਲੇ ਆਖਿਆ ਸ਼ੇਰ ਮੁਹੰਮਦ ਖਾਨ ਸਭਾ ਵਿੱਚੋਂ ਉੱਠ ਕੇ ਬਾਹਰ ਚਲਿਆ ਗਿਆ ਸੀ। ਕਹਿਣ ਲੱਗਾ ਜਿੱਥੇ ਛੋਟੇ ਛੋਟੇ ਮਾਸੂਮ ਬੱਚਿਆਂ ਤੇ ਕਹਿਰ ਢਾਇਆ ਜਾਂਦਾ ਹੈ, ਉੱਥੇ ਮੈਂ ਇੱਕ ਘੜੀ ਵੀ ਰੁਕ ਨਹੀਂ ਸਕਦਾ, ਕਿਉਂਕਿ ਤੁਸੀਂ ਬਹੁਤ ਵੱਡਾ ਪਾਪ ਕਰ ਰਹੇ ਹੋ। ਇਸ ਪਾਪ ਕਰਕੇ ਤੁਹਾਡਾ ਤਖਤ ਜਿਹੜਾ ਹੈ ਇਹ ਪਲਟ ਜਾਵੇਗਾ। ਉਹ ਹਾ ਦਾ ਨਾਅਰਾ ਮਾਰ ਕੇ ਉੱਠਿਆ ਵੀ ਇਹਨਾਂ ਬੱਚਿਆਂ ਨੂੰ ਛੱਡ ਦੇਵੋ। ਗੁਰੂ ਪਿਆਰਿਓ, ਜਦੋਂ ਸ਼ੇਰ ਖਾਨ ਸਭਾ ਵਿੱਚੋਂ ਨਿਕਲਿਆ, ਵਜ਼ੀਰ ਖਾਨ ਨੇ ਸੋਚਿਆ ਵੀ ਵਾਕਈ ਮਾੜੀ ਗੱਲ ਹੈ, ਛੱਡ ਦੇਣਾ ਚਾਹੀਦਾ। ਪਰ ਗੁਲਾਮ ਕੌਮ ਦਾ ਗੁਲਾਮ ਬੰਦਾ ਉਸ ਵੇਲੇ ਉੱਠਿਆ ਹੈ। ਉਹ ਜਿਹੜਾ ਝੋਲੀ ਚੁੱਕ ਸੀ ਸੁੱਚਾ ਨੰਦ, ਉਹ ਕਹਿਣ ਲੱਗਾ ਵਜ਼ੀਰ ਖਾਨ ਜੀ,
ਸੱਪ ਨੂੰ ਮਾਰਨਾ ਤੇ ਸੱਪ ਦੇ ਬੱਚਿਆਂ ਨੂੰ ਛੱਡਣਾ ਇਹ ਕਿੱਧਰ ਦੀ ਸਿਆਣਪ ਹੈ। ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ, ਇਹ ਸਪੋਲੀਏ ਨੇ, ਉਸਨੇ ਐਸੇ ਬੋਲ ਬੋਲੇ ਨੇ ਸਾਧ ਸੰਗਤ ਜੀ। ਫਿਰ ਕਹਿਣ ਲੱਗਾ, ਮੈਂ ਤੁਹਾਡੇ ਸਾਹਮਣੇ ਹੁਣੇ ਪੁੱਛ ਕੇ ਦੱਸਦਾ ਹਾਂ। ਗੁਰੂ ਦੇ ਲਾਲਾਂ ਨੂੰ ਕਹਿਣ ਲੱਗਾ, ਸੁੱਚਾਨੰਦ ਵੀ ਜੇ ਤੁਹਾਨੂੰ ਛੱਡ ਦਈਏ ਤੁਸੀਂ ਕੀ ਕਰੋਗੇ? ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਜੀ ਕਹਿਣ ਲੱਗੇ, ਜਾਵਾਂਗੇ ਜੰਗਲ ਦੇ ਵਿੱਚ ਜਾ ਕੇ ਖਿੰਡੇ ਟੁੰਡੇ ਹੋਏ ਸਿੰਘਾਂ ਨੂੰ ਲੱਭਾਂਗੇ, ਆਪਣੇ ਪਿਤਾ ਜੀ ਨੂੰ ਲੱਭਾਂਗੇ, ਫਿਰ ਫੌਜ ਤਿਆਰ ਕਰਕੇ ਸਰਹੰਦ ਦੇ ਉੱਤੇ ਚੜ੍ਹਾਈ ਕਰਕੇ ਆਵਾਂਗੇ, ਆਹ ਤੇਰੇ ਸੂਬੇਦਾਰ ਦਾ ਸਿਰ ਵੱਢਾਂਗੇ। ਗੁਰੂ ਪਿਆਰਿਓ, ਜਦੋਂ ਇਹ ਗੱਲ ਆਖੀ ਫਿਰ ਕਹਿਣ ਲੱਗੇ ਵੀ ਜੇ ਤੁਹਾਨੂੰ ਅਸੀਂ ਫਿਰ ਫੜ ਲਿਆ ਫਿਰ ਕੀ ਕਰੋਗੇ? ਕਹਿਣ ਲੱਗੇ ਕਿ ਅਸੀਂ ਮੁੱਕਦੀ ਗੱਲ ਮੁਕਾਉਂਦੇ ਹਾਂ ਕਿ ਜਿੰਨਾ ਚਿਰ ਇਸ ਧਰਤੀ ਤੋਂ ਜ਼ਾਲਮ ਖਤਮ ਨਹੀਂ ਹੋ ਜਾਂਦੇ, ਜ਼ੁਲਮ ਦੀ ਜੜ ਨਹੀਂ ਪੁੱਟੀ ਜਾਂਦੀ, ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ, ਉਹਨਾਂ ਚਿਰ ਅਸੀਂ ਜ਼ੁਲਮ ਦੇ ਨਾਲ ਲੜਦੇ ਰਹਾਂਗੇ। ਗੁਰੂ ਪਿਆਰਿਓ, ਉਸ ਵੇਲੇ ਕਹਿਣ ਲੱਗੇ, ਇਹਨਾਂ ਬੱਚਿਆਂ ਦੀ ਬਾਗੀ ਸੁਰ ਹੈ। ਇਹ 12 ਪੋਹ ਦਾ ਦਿਨ ਸੀ। ਫਿਰ ਸਾਧ ਸੰਗਤ ਜੀ, ਵਜ਼ੀਰ ਖਾਨ ਨੇ ਆਖਿਆ ਕਾਜ਼ੀ ਨੂੰ ਫਤਵਾ ਦਿੱਤਾ ਜਾਵੇ। ਕਾਜ਼ੀ ਨੇ ਫਤਵਾ ਦਿੱਤਾ ਕਿ ਇਹਨਾਂ ਬੱਚਿਆਂ ਦੀ ਸੁਰ ਬਾਗੀ ਹੈ, ਇਹ ਹਕੂਮਤ ਦੇ ਬਾਗੀ ਨੇ, ਇਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਵੇ ਔਰ ਨੀਹਾਂ ਵਿੱਚ ਚਿਣਿਆ ਜਾਵੇ। ਗੁਰੂ ਪਿਆਰਿਓ, ਜਦੋਂ ਨੀਹਾਂ ਵਿੱਚ ਚਿਣਨ ਦਾ ਫਤਵਾ ਦਿੱਤਾ ਹੈ ਔਰ ਸ਼ਾਮ ਨੂੰ ਵਾਪਸ ਭੇਜ ਦਿੱਤਾ ਹੈ। ਕਹਿਣ ਲੱਗੇ, ਜਾਓ, ਅਜੇ ਵੀ ਤੁਹਾਡੇ ਕੋਲ ਸਮਾਂ ਹੈ, ਕੱਲ ਨੂੰ ਜਿਹੜੀ ਸਜ਼ਾ ਦਿੱਤੀ ਜਾਵੇਗੀ, ਕਿਉਂਕਿ ਸਾਧ ਸੰਗਤ ਜੀ 12 ਪੋਹ ਨੂੰ ਫਿਰ ਵਾਪਸ ਆਉਂਦੇ ਹੈ। ਉਸ ਵੇਲੇ ਮਾਂ ਉਡੀਕ ਰਹੀ ਸੀ, ਦੌੜ ਕੇ ਫਿਰ ਪੌੜੀਆਂ ਚੜ੍ਹਦੇ ਹੈ, ਭਾਵੇਂ ਸਰੀਰ ਤੇ ਜ਼ਖਮ ਸਨ, ਕਿਉਂਕਿ ਅੱਜ ਸਜ਼ਾ ਦਿੱਤੀ ਗਈ, ਤਸੀਹੇ ਦਿੱਤੇ ਗਏ। ਮਾਤਾ ਗੁਜਰ ਕੌਰ ਜੀ ਨੇ ਜਦੋਂ ਗੁਰਬਖੜੀ ਵਿੱਚ ਲਿਆ ਤੇ ਆਪਣੇ ਲਾਲਾਂ ਦੇ ਤਨ ਤੇ ਪਈਆਂ ਹੋਈਆਂ ਸ਼ਮਕਾਂ ਦੀਆਂ ਲਾਸ਼ਾਂ ਵੇਖੀਆਂ ਨੇ। ਬਾਬਾ ਫਤਿਹ ਸਿੰਘ ਜੀ ਦੀ ਅੱਖ ਵੱਲ ਵੇਖਿਆ ਹੈ। ਮਾਤਾ ਜੀ ਨੂੰ ਪਤਾ ਲੱਗ ਗਿਆ ਵੀ ਅੱਜ ਮੇਰੇ ਲਾਲਾਂ ਨੂੰ ਤਸੀਹੇ ਦਿੱਤੇ ਗਏ ਨੇ। ਗੁਰੂ ਪਿਆਰਿਆਂ ਨੂੰ ਪੁੱਛਣ ਵਾਲੀ ਗੱਲ ਨਹੀਂ ਸੀ, ਪਰ ਮਾਤਾ ਜੀ ਫਿਰ ਵੀ ਪੁੱਛਦੇ ਕੀ ਹੋਇਆ, ਤੇ ਬਾਬਾ ਫਤਿਹ ਸਿੰਘ ਜੀ ਕਹਿੰਦੇ, ਮਾਂ ਅਸੀਂ ਸਾਰੇ ਪਰਚੇ ਪਾਸ ਕਰ ਗਏ ਹਾਂ, ਹੁਣ ਇੱਕੋ ਹੀ ਪਰਚਾ ਰਹਿ ਗਿਆ ਕੱਲ੍ਹ ਦਾ, ਉਹ ਵੀ ਗੁਰੂ ਦੀ ਕਿਰਪਾ ਨਾਲ ਅਸੀਂ ਪਾਸ ਕਰ ਜਾਣਾ ਹੈ। ਗੁਰੂ ਪਿਆਰਿਓ, ਰਾਤ ਲੰਘੀ ਹੈ, 13 ਪੋਹ ਦਾ ਦਿਨ ਆਉਂਦਾ ਹੈ। ਫਿਰ ਸਿਪਾਹੀਆਂ ਨੂੰ ਭੇਜਿਆ ਜਾਂਦਾ ਹੈ ਠੰਡੇ ਬੁਰਜ ਦੇ ਉੱਪਰ। ਉਹ ਲੈਣ ਵਾਸਤੇ ਆਉਂਦੇ ਨੇ ਗੁਰੂ ਦੇ ਲਾਲਾਂ ਨੂੰ, ਤੇ ਮਾਤਾ ਜੀ ਨੂੰ ਪਤਾ ਸੀ ਅੱਜ ਫਿਰ ਲੈ ਕੇ ਜਾਣਗੇ। ਸਾਧ ਸੰਗਤ ਜੀ, ਬਾਬਾ ਫਤਿਹ ਸਿੰਘ ਜੀ ਨੇ ਆਖਿਆ ਸੀ, ਮਾਂ ਅਸੀਂ ਕੱਲ੍ਹ ਨੂੰ ਜਾਣਾ ਹੈ, ਅਖੀਰਲਾ ਪਰਚਾ ਹੈ, ਮੁੜ ਕੇ ਅਸੀਂ ਠੰਡੇ ਬੁਰਜ ਤੇ ਨਹੀਂ ਆਉਣਾ, ਕੱਲ੍ਹ ਨੂੰ ਸਾਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਣਾ ਹੈ। ਅਸੀਂ ਮੁੜ ਤੇਰੇ ਕੋਲ ਨਹੀਂ ਆਵਾਂਗੇ, ਕੇਵਲ ਅੱਜ ਦੀ ਰਾਤ ਹੈ, ਉਹ ਰਾਤ ਬੜੇ ਪਿਆਰ ਨਾਲ ਲੰਘੀ ਹੈ। ਮਾਤਾ ਜੀ ਬੜਾ ਪ੍ਰੇਮ ਕਰ ਰਹੇ ਨੇ ਅਤੇ ਸਾਧ ਸੰਗਤ ਜੀ ਆਪਣੀ ਨੂੰਹ ਨੂੰ ਯਾਦ ਕਰੀ ਜਾਂਦੇ ਆ। ਦਿਨ ਚੜ੍ਹਿਆ, ਤਿਆਰ ਕਰਦੇ ਆ, ਕਹਿੰਦੇ ਸਨ ਥੋੜੇ ਜਿਹੇ ਇੱਕ ਬੁਕਚੇ ਦੇ ਵਿੱਚ ਬਸਤਰ ਸਨ ਮਾਤਾ ਜੀ ਦੇ ਕੋਲ, ਉਹ ਨੀਲੇ ਬਾਣੇ ਤੇ ਉਸਨੇ ਲਿਖਿਆ ਹੈ ਵੀ ਅੱਜ ਮਾਤਾ ਜੀ ਲਾੜੀ ਮੌਤ ਨੂੰ ਵਿਆਹੁਣ ਵਾਸਤੇ ਤੋਰ ਰਹੇ ਨੇ ਆਪਣੇ ਛੋਟੇ ਲਾਲਾਂ ਨੂੰ, ਛੋਟੇ ਪੋਤਿਆਂ ਨੂੰ। ਤੇ ਗੁਰੂ ਪਿਆਰਿਓ, ਤਿਆਰ ਕਰਦਿਆਂ ਹੋਇਆਂ ਮਾਤਾ ਜੀਤੋ ਨੂੰ ਯਾਦ ਕਰਦੇ ਆਪਣੀ ਨੂੰਹ ਨੂੰ ਕਹਿੰਦੇ ਨੇ ਕਿ ਧੀਏ ਆ ਜਾ ਜੀਤੋ ਰਾਣੀਏ, ਲੈ ਮਿੰਟ ਉਧਾਰੇ, ਤੱਕ ਲੈ ਮੇਰੀ ਬੱਚੀਏ ਚੰਨ ਚੜ੍ਹਦੇ ਖਾਰੇ। ਕਿ ਰੱਬ ਦੇ ਕੋਲੋਂ ਅੱਜ ਮਿੰਟ ਉਧਾਰੇ ਲੈ ਕੇ ਆ ਕੇ ਵੇਖ ਲਾ, ਕਿਉਂਕਿ ਮਾਤਾ ਜੀਤੋ ਸਰੀਰ ਤਿਆਗਣ ਦੇ ਵੇਲੇ ਕਹਿੰਦੇ ਸਨ ਕਿ ਮਾਂ ਜੀ ਮੈਂ ਤੁਹਾਡੀ ਝੋਲੀ ਵਿੱਚ ਆਪਣੇ ਬੱਚੇ ਪਾ ਕੇ ਚੱਲੀ ਹਾਂ, ਇਹਨਾਂ ਦੇ ਵਿਆਹ ਖੁਸ਼ੀਆਂ ਖੇੜਿਆਂ ਨਾਲ ਹੋਣ। ਤੇ ਮਾਤਾ ਜੀ ਯਾਦ ਕਰਕੇ ਕਹਿੰਦੇ, ਧੀਏ ਅੱਜ ਅਕਾਲ ਪੁਰਖ ਦੇ ਕੋਲੋਂ ਮਿੰਟ ਕੁਝ ਉਧਾਰੇ ਲੈ ਕੇ ਵੇਖ ਲਾ, ਅੱਜ ਤੇਰੇ ਪੁੱਤਰਾਂ ਨੇ ਖਾਰੇ ਚੜ੍ਹਨਾ ਮੌਤ ਨੂੰ ਵਿਆਹੁਣ ਵਾਸਤੇ। ਸੇਰੇ ਇਸ ਉੰਬਰੇ ਲੱਗਦੇ ਕਿੰਨੇ ਲੱਗਦੇ ਪਿਆਰੇ। ਗੁਰੂ ਪਿਆਰਿਓ,
ਉਸ ਵੇਲੇ ਮਾਤਾ ਜੀ ਆਪਣੀ ਨੂੰਹ ਨੂੰ ਯਾਦ ਕਰਦਿਆਂ ਲਾਲਾਂ ਨੂੰ ਤਿਆਰ ਕਰਦੇ ਆ। ਹੁਣ ਬਾਬਾ ਫਤਿਹ ਸਿੰਘ ਜੀ ਤੁਰਨ ਲੱਗੇ ਨੇ, ਬਾਬਾ ਜ਼ੋਰਾਵਰ ਸਿੰਘ ਜੀ ਤੁਰਨ ਲੱਗੇ ਨੇ ਤੇ ਗੁਰੂ ਪਿਆਰੇ 2 ਕਦਮ ਠੰਡੇ ਬੁਰਜ ਤੋਂ ਥੱਲੇ ਜਾ ਕੇ ਸੀਤਲ ਸਾਹਿਬ ਜੀ ਕਹਿੰਦੇ ਆ ਕਿ ਬਾਬਾ ਫਤਿਹ ਸਿੰਘ ਜੀ ਮੁੜ ਕੇ ਫਿਰ ਠੰਡੇ ਬੁਰਜ ਤੇ ਆਏ ਆ ਤੇ ਮਾਂ ਨੂੰ ਕਹਿੰਦੇ ਆ ਕਿ ਮਾਤਾ ਜੀ ਅਸੀਂ ਚੱਲੇ ਆ, ਅਸੀਂ ਮੁੜ ਕੇ ਵਾਪਸ ਨਹੀਂ ਆਉਣਾ, ਅਸੀਂ ਸ਼ਹੀਦ ਹੋ ਜਾਣਾ ਹੈ, ਸੱਚਖੰਡ ਚਲੇ ਜਾਵਾਂਗੇ, ਪਰ ਤੁਸੀਂ ਦੇਰੀ ਨਾ ਕਰਨੀ, ਤੁਸੀਂ ਵੀ ਜਲਦੀ ਸਾਡੇ ਨਾਲ ਮਗਰ ਆ ਜਾਣਾ, ਕਿਉਂਕਿ ਮੈਂ ਹਮੇਸ਼ਾ ਤੁਹਾਡੇ ਨਾਲ ਰਿਹਾ। ਤੁਸੀਂ ਮੈਨੂੰ ਆਪਣੇ ਤੋਂ ਦੂਰ ਨਹੀਂ ਕੀਤਾ ਤੇ ਤੁਹਾਡੇ ਤੋਂ ਬਿਨਾਂ ਸਾਨੂੰ ਸੱਚਖੰਡ ਵੀ ਚੰਗਾ ਨਹੀਂ ਲੱਗਣਾ। ਇਹ ਗੱਲ ਬਾਬਾ ਫਤਿਹ ਸਿੰਘ ਜੀ ਨੇ ਆਖੀ। ਸੋਹਣ ਸਿੰਘ ਸੀਤਲ ਜੀ ਲਿਖਦੇ ਨੇ, ਤੁਰ ਪੈ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ, ਨਹੀਂ ਤੇ ਰੁੱਸ ਪਊ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਨਹੀਂ ਤੇ ਮੈਂ ਤੇਰੇ ਨਾਲ ਰੁੱਸ ਪੈਣੇ। ਤੇ ਬਾਬਾ ਫਤਿਹ ਸਿੰਘ ਜੀ ਕਹਿੰਦੇ ਤੇਰਾ ਜੀ ਪਰਚਾਉਣਾ, ਬਾਬਾ ਫਤਿਹ ਸਿੰਘ ਤੇਰੇ ਨਾਲ ਰੁੱਸ ਪਵੇਗਾ ਜੇ ਤੂੰ ਜਲਦੀ ਨਾ ਆਈ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਅਸੀਂ ਤੁਹਾਨੂੰ ਸੱਚਖੰਡ ਵਿੱਚ ਜਾ ਕੇ ਉਡੀਕਾਂਗੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਹੇ ਮਾਂ ਜੀ ਤੁਸੀਂ ਚਿਰ ਲਾ ਕੇ ਨਹੀਂ ਆਉਣਾ, ਅਸੀਂ ਤੁਹਾਡੀ ਉਡੀਕ ਕਰਾਂਗੇ। ਗੁਰੂ ਪਿਆਰੇ ਉਸ ਵੇਲੇ ਫਿਰ ਮਾਤਾ ਜੀ ਘੁੱਟ ਕੇ ਸੀਨੇ ਨਾਲ ਲਾ ਕੇ ਕਹਿੰਦੇ ਆ, ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਨੇ ਮਾਵਾਂ, ਪੁੱਤਾਂ ਦੁਆਲੇ ਰਾਮ ਕਰ ਮਾਵਾਂ ਦੀਆਂ ਬਾਹਾਂ, ਜਿੱਧਰ ਉੱਡਦੇ ਹੰਸ ਉਧਰ ਜਾਂਦੀਆਂ ਛਾਵਾਂ, ਲੋਕੋ ਮੈਂ ਤੋਰ ਕਰਦੀਆਂ ਰੌਣਕਾਂ ਸੱਚਖੰਡ ਵਸਾਵਾਂ। ਗੁਰੂ ਪਿਆਰਿਓ ਆਪਣੇ ਲਾਲਾਂ ਨੂੰ ਤੋਰਿਆ। ਸਾਹਿਬ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਜੀ ਜਾਂਦੇ ਨੇ। ਸਾਧ ਸੰਗਤ ਜੀ ਉਸ ਸਮੇਂ ਫਿਰ ਪੁੱਛਿਆ ਗਿਆ ਹੈ ਵੀ ਅਜੇ ਵੀ ਤੁਹਾਡੇ ਕੋਲ ਸਮਾਂ ਹੈ, ਤੁਸੀਂ ਇਸਲਾਮ ਨੂੰ ਕਬੂਲ ਕਰ ਲਓ, ਤੁਹਾਨੂੰ ਛੱਡ ਦਿੱਤਾ ਜਾਵੇਗਾ, ਤੁਹਾਨੂੰ ਨਵਾਬੀਆਂ ਦਿੱਤੀਆਂ ਜਾਣਗੀਆਂ, ਦੁਨੀਆ ਦੇ ਸਾਰੇ ਸੁੱਖ ਦਿੱਤੇ ਜਾਣਗੇ, ਜੇ ਨਹੀਂ ਮੰਨਦੇ ਤੇ ਤੁਹਾਨੂੰ ਜਿਬਾ ਕੀਤਾ ਜਾਵੇਗਾ। ਜਿਬਾ ਤੋਂ ਭਾਵ ਜਿਵੇਂ ਗਰਦਨ ਦੇ ਉੱਤੇ ਹੌਲੀ ਹੌਲੀ ਛੁਰੀ ਚਲਾਈ ਜਾਂਦੀ, ਉਹਨੂੰ ਜਿਬਾ ਕਰਨਾ ਕਹਿੰਦੇ। ਗੁਰੂ ਪਿਆਰਿਓ ਨੀਹਾਂ ਵਿੱਚ ਚੀਨਾ ਸਿਖਰ ਨਹੀਂ ਸੀ, ਨੀਹਾਂ ਤੋਂ ਬਾਅਦ ਜਿਬਾ ਕੀਤਾ ਗਿਆ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ। ਉਹ ਅੱਜ ਦਾ ਦਿਨ ਹੈ ਸਾਧ ਸੰਗਤ ਜੀ, 13 ਪੋਹ ਦਾ ਅੱਜ ਦਾ ਦਿਨ, ਜਿਸ ਦਿਨ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹਾਂ ਨਾ, ਅੱਜ ਦੇ ਦਿਨ ਸਾਧ ਸੰਗਤ ਜੀ ਗੁਰੂ ਦੇ ਲਾਲਾਂ ਵਾਸਤੇ ਸੋ ਜਲਾਦ ਬੁਲਾਏ ਗਏ। ਸ਼ਾਸਲ ਬੇਗ ਤੇ ਬਾਸ਼ਲ ਬੇਗ 2 ਭਰਾ ਸਨ। ਇਹਨਾਂ ਦਾ ਮੁਕੱਦਮਾ ਚੱਲਦਾ ਸੀ ਸਾਧ ਸੰਗਤ ਜੀ, ਕੈਦਖਾਨੇ ਵਿੱਚ ਇਹਨਾਂ ਨੂੰ ਕੈਦ ਹੋਈ ਸੀ ਤੇ ਉਸ ਵੇਲੇ ਕੋਈ ਵੀ ਜਲਾਦ ਤਿਆਰ ਨਹੀਂ ਸੀ ਕਿ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿਣੀਏ ਜਾਂ ਜਿਬਾ ਕਰਕੇ ਅਸੀਂ ਸ਼ਹੀਦ ਕਰੀਏ। ਫਿਰ ਸਾਧ ਸੰਗਤ ਜੀ ਸੁੱਚਾ ਨੰਦ ਨੇ ਆਖਿਆ ਵੀ 2 ਸਮਾਣੇ ਦੇ ਰਹਿਣ ਵਾਲੇ ਜਲਾਦ ਨੇ, ਉਹਨਾਂ ਦਾ ਕੋਈ ਗੁਨਾਹ ਹੈ, ਜੁਰਮ ਹੈ, ਜਿਸ ਜੁਰਮ ਕਰਕੇ ਉਹਨਾਂ ਨੂੰ ਕੈਦ ਹੋਈ ਉਹ ਕੈਦਖਾਨੇ ਵਿੱਚ ਹੈ। ਜੇ ਉਹਨਾਂ ਨੂੰ ਪੁੱਛਿਆ ਜਾਵੇ ਤੇ ਉਹ ਜ਼ਰੂਰ ਇਹ ਕੰਮ ਕਰ ਸਕਦੇ ਨੇ। ਕੈਦਖਾਨੇ ਵਿੱਚ ਜਾ ਕੇ ਉਹਨਾਂ ਨੂੰ ਪੁੱਛਿਆ, ਉਹ ਕਹਿਣ ਲੱਗੇ ਵੀ ਜੇ ਸਾਡਾ ਮੁਕੱਦਮਾ ਖਾਰਜ ਕਰ ਦਿਓਗੇ ਅਸੀਂ ਫਿਰ ਗੁਰੂ ਦੇ ਲਾਲਾਂ ਨੂੰ ਸ਼ਹੀਦ ਕਰ ਦੇਵਾਂਗੇ। ਗੁਰੂ ਪਿਆਰਿਓ ਦੋਵੇਂ ਆ ਗਏ ਨੇ। ਜਿਹੜੇ ਵਿਚੋਲੇ ਨੇ ਲਾੜੀ ਮੌਤ ਦੇ ਵਿੱਚ ਸਾਧ ਸੰਗਤ ਜੀ ਵਰਨ ਵਾਸਤੇ ਗੁਰੂ ਦੇ ਲਾਲਾਂ ਨੂੰ, ਉਸ ਵੇਲੇ ਦੋਵੇਂ ਜਲਾਦ ਆਏ, ਇੱਟਾਂ ਲਿਆਂਦੀਆਂ ਗਈਆਂ ਜਿੱਥੇ ਆਪਾਂ ਦਰਸ਼ਨ ਕਰਦੇ ਹਾਂ ਨੀਹਾਂ ਦੇ ਜਾ ਕੇ ਫਤਿਹਗੜ੍ਹ ਸਾਹਿਬ। ਸਾਧ ਸੰਗਤ ਜੀ ਉਸ ਸਥਾਨ ਤੇ ਗੁਰੂ ਦੇ ਲਾਲਾਂ ਨੂੰ ਨੀਹਾਂ ਦੇ ਵਿੱਚ ਖਿਲਾਰਿਆ ਜਾਂਦਾ ਹੈ। ਅੱਜ ਦੇ ਦਿਨ ਵਿਦਵਾਨ ਕਹਿੰਦੇ ਵੀ 11:45 ਵਜੇ ਦਾ ਸਮਾਂ ਬਣਦਾ ਹੈ। 11:45 ਤੋਂ 11:30 ਵਜੇ ਤੱਕ
ਸਾਹਿਬਜ਼ਾਦਿਆਂ ਦੀ ਦਿਨ ਦੇ ਸਮੇਂ ਸ਼ਹਾਦਤ ਹੁੰਦੀ ਹੈ। ਨੀਹਾਂ ਵਿੱਚ ਚਿਣਨਾ ਸ਼ੁਰੂ ਕੀਤਾ ਹੈ, ਗੋਡਿਆਂ ਤੱਕ ਨੀਹਾਂ ਆਈਆਂ ਨੇ ਤੇ ਕਹਿੰਦੇ ਜਲਾਦ ਇੱਟ ਭੰਨਣ ਲੱਗਾ ਹੈ। ਉਸ ਵੇਲੇ ਆਖਿਆ ਇੱਟ ਨਾ ਭੰਨੀ ਜਾਵੇ, ਗੁਰੂ ਦੇ ਲਾਲਾਂ ਦੇ ਗੋਡਿਆਂ ਤੇ ਤੇਸੀਆਂ ਮਾਰੀਆਂ। ਗੁਰੂ ਪਿਆਰਿਓ, ਇੰਨੇ ਤਸੀਹੇ ਚੱਲਦਿਆਂ ਹੋਇਆਂ ਸ਼ਹੀਦ ਹੋ ਰਹੇ ਨੇ। ਉਸ ਵੇਲੇ ਇੱਟਾਂ ਲਾਈਆਂ ਗਈਆਂ। ਸਾਧ ਸੰਗਤ ਜੀ, ਬਾਬਾ ਫਤਿਹ ਸਿੰਘ ਜੀ ਦਾ ਚਿਹਰਾ ਪਹਿਲਾਂ ਢੱਕਿਆ ਜਾ ਰਿਹਾ ਹੈ। ਬਾਬਾ ਜ਼ੋਰਾਵਰ ਸਿੰਘ ਜੀ ਵੱਡੇ ਨੇ, 9 ਸਾਲ ਦੇ ਨੇ। ਬਾਬਾ ਫਤਿਹ ਸਿੰਘ ਜੀ ਦੀ ਉਮਰ 7 ਸਾਲ ਦੀ ਹੈ। ਉਸ ਵੇਲੇ ਬਾਬਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ, ਤੁਸੀਂ ਮੇਰੇ ਨਾਲੋਂ ਛੋਟੇ ਹੋ, ਮਗਰੋਂ ਆਏ ਹੋ, ਪਰ ਪਿਤਾ ਦਾਦੇ ਦੀ ਗੋਦ ਵਿੱਚ ਪਹਿਲਾਂ ਜਾ ਰਹੇ ਹੋ, ਕਿਉਂਕਿ ਨੀਂਹ ਤੁਹਾਡੇ ਸੀਸ ਤੱਕ ਆ ਰਹੀ ਹੈ। ਗੁਰੂ ਪਿਆਰਿਓ, ਨੀਹਾਂ ਛਾਤੀ ਤੱਕ ਗਈਆਂ, ਮੁੱਖ ਨੂੰ ਢੱਕਿਆ ਹੈ, ਇੱਕਦਮ ਦਾੜ ਕਰਕੇ ਨੀਂਹ ਡਿੱਗ ਪਈ ਹੈ। ਗੁਰੂ ਦੇ ਲਾਲ ਕੁਝ ਸਮਾਂ ਬੇਹੋਸ਼ ਹੋ ਗਏ। ਇੱਟਾਂ ਵੱਜੀਆਂ ਨੇ ਪਰ ਅਜੇ ਸ਼ਹੀਦ ਨਹੀਂ ਹੋਏ। ਫਿਰ ਉਸ ਵੇਲੇ ਪਾਪੀ ਵਜ਼ੀਰ ਖਾਨ ਨੇ ਆਖਿਆ ਕਿ ਗੁਰੂ ਦੇ ਲਾਲਾਂ ਨੂੰ ਜ਼ਿਬਾ ਕੀਤਾ ਜਾਵੇ। ਗੁਰੂ ਪਿਆਰਿਓ, ਵਿਦਵਾਨ ਲਿਖਦੇ ਨੇ ਕਿ ਦੋਵਾਂ ਜਲਾਦਾਂ ਨੇ ਆਪਣੀਆਂ ਲੱਤਾਂ ਵਿੱਚ ਲੈ ਕੇ ਗੋਡਿਆਂ ਦਾ ਭਾਰ ਉੱਪਰ ਪਾ ਕੇ ਤੇ ਗਰਦਨ ਦੇ ਉੱਪਰ ਛੁਰੀ ਫੇਰਨੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਸ਼ਾਹ ਰਗ ਕੱਟੀ ਜਾ ਰਹੀ ਹੈ, ਖੂਨ ਵਹਿ ਰਿਹਾ ਹੈ। ਗੁਰੂ ਪਿਆਰਿਓ, ਬਾਬਾ ਜ਼ੋਰਾਵਰ ਸਿੰਘ ਜੀ ਜਦੋਂ ਉਹਨਾਂ ਦੀ ਗਰਦਨ ਦੇ ਉੱਤੇ ਛੁਰੀ ਚੱਲੀ ਹੈ, ਸ਼ਾਹ ਰਗ ਕੱਟੀ ਗਈ, ਉਸੇ ਸਮੇਂ ਜਲਦੀ ਸ਼ਹੀਦ ਹੋ ਗਏ ਨੇ। ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ ਹੈ। ਪਰ ਕਹਿੰਦੇ ਆ ਬਾਬਾ ਫਤਿਹ ਸਿੰਘ ਜੀ ਦਾ ਖੂਨ ਵਹਿੰਦਾ ਰਿਹਾ। ਅੱਧੀ ਘੜੀ ਉਹਨਾਂ ਦੇ ਚਰਨ ਹਿਲਦੇ ਰਹੇ ਨੇ। विद्वान लिखते हैं कि बाबा जोरावर सिंह के प्राण खंडे के साथ बेग छुट गए। फतेह सिंह अद्धी घड़ी चरण मारते थे कि अद्धी घड़ी बाबा फतेह सिंह जी के चरण हिलते रहे ने। गुरु दे लाल शहीद हो गए ने। उधरों साध संगत जी नूरा आया सी खबर लैण वास्ते। महाराज ने रायकोट तो भेजा सी गुरु कलगीधर जी ने कि नूरिया साडे लालां दी खबर लिया दे। हुण साध संगत जी सतगुरु गुरु कलगीधर जी नूरे नूं उडीक रहे हैं कि कदों साडे लालां दी खबर पहुंचेगी। उधरों साध संगत जी माता गुजर कौर जी ठंडे बुरज दे विच जदों, क्योंकि मां दियां अंदरां नूं पता हुंदा है जदों पुत्र शहीद हो जाते हैं, बाबा फतेह सिंह जी सचखंड नूं चल पैंदे ने ते माता जी भी ठंडे बुरज विच प्राण त्याग जाते हैं। क्योंकि वादा सी कि मैं तुहाडे मगरे आवांगी। बाबा फतेह सिंह जी ने आख्या सी कि तुसीं देरी करके नहीं आउणा, पर ना आउणा तुसां ने बहुता चिर ला के। माता जी असीं थक ना जाइए आमीए औंसियां पा के। माता जी जे तुसीं ना आए मैं तुहाडे नाल रुस जाना है। सो गुरु प्यारिओ माता जी भी प्राण त्याग जाते हैं। अज गुरु तेग बहादुर के पोतियां का शरीर धरती ते पिया होया शहीद होए पे ने। गुरु प्यारिओ गुरु तेग बहादुर साहब के महल माता गुजर कौर जी शहीदी पा गए ने, वो भी ठंडे बुरज दे विच पए हुए ने। एक दिन गुरु तेग बहादुर साहब जी का धड़ चांदनी चौंक विच पिया होया सी ते गुरु प्यार अज गुरु के पोतियां के शरीर जिहड़े ने सरहंद विच पए हुए ने नीहां ते। फिर उत्थे टोडर मल जी आए। दीवान टोडर मल जी ने आख्या मैं गुरु के लालां दा संस्कार करना चाहुंदा है। गुरु प्यारिओ हुकूमत ने आख्या, वजीर खान ने आख्या कि सोने दीयां मोहरां विछा के जमीन खरीद लैंगा तो तैनूं असीं संस्कार करने जगह देवांगे। उस वेले मोहरां लैके आए। फिर ये जालम कहण लगे मोहरां विछाउणियां नहीं खड़ियां करनियां। ते गुरु प्यारिओ
ਟੇਢੇ ਰੁੱਖ ਖੜੀਆਂ ਕਰਕੇ ਮੋਹਰਾਂ ਲਾ ਕੇ ਟੋਡਰ ਮੱਲ ਜੀ ਨੇ ਉਹ ਜਗ੍ਹਾ ਖਰੀਦੀ ਤੇ ਗੁਰੂ ਦੇ ਲਾਲਾਂ ਦਾ ਸੰਸਕਾਰ ਕੀਤਾ ਹੈ। ਮਹਾਰਾਜ ਨੂਰੇ ਨੂੰ ਉਡੀਕ ਰਹੇ ਨੇ ਰਾਏਕੋਟ। ਮਹਾਰਾਜ ਉਤਾਵਲੇ ਹੋ ਗਏ ਨੇ। ਗੁਰੂ ਕਲਗੀਧਰ ਜੀ ਭਾਈ ਦਇਆ ਸਿੰਘ ਜੀ ਨੂੰ ਆਂਦੇ ਨੇ ਕਿ ਦੇਖੋ ਨੂਰਾ ਆਉਂਦਾ ਹੈ। ਗੁਰੂ ਪਿਆਰੇ ਰੁੱਖ ਤੇ ਚੜ੍ਹ ਕੇ ਵੇਖਦੇ ਨੇ ਤੇ ਦੂਰੋਂ ਕੋਈ ਆ ਰਿਹਾ ਹੈ ਤੇ ਵੇਖਿਆ ਮਹਾਰਾਜ ਕੋਈ ਆਉਂਦਾ ਹੈ। ਜਦੋਂ ਨੇੜੇ ਆਇਆ ਤੇ ਕਹਿਣ ਲੱਗੇ ਮਹਾਰਾਜ ਨੂਰਾ ਆ ਗਿਆ ਹੈ। ਗੁਰੂ ਪਿਆਰੇ ਨੂਰਾ ਮਾਹੀ ਪਹੁੰਚਿਆ ਤੇ ਗੁਰੂ ਕਲਗੀਧਰ ਜੀ ਪੁੱਛਦੇ ਨੇ ਕਿ ਮੇਰੇ ਲਾਲਾਂ ਦਾ ਹਾਲ ਦੱਸ। ਉਸ ਵੇਲੇ ਨੂਰੇ ਨੇ ਦੱਸਿਆ ਹੈ ਕਿ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ਼ ਜੀਓ, ਤੁਹਾਡੇ ਬੱਚੇ ਸ਼ਹੀਦ ਹੋ ਗਏ ਨੇ। ਨੇਤਰ ਭਰੇ ਹੋਏ ਸਨ, ਪਹਿਲਾਂ ਬੋਲਦਾ ਨਹੀਂ ਸੀ। ਮਹਾਰਾਜ ਵਾਰੀ ਵਾਰੀ ਪੁੱਛਦੇ ਨੇ ਤੇ ਨੂਰੇ ਕੋਲੋਂ ਬੋਲਿਆ ਨਹੀਂ ਜਾਂਦਾ। ਗੁਰੂ ਕਲਗੀਧਰ ਜੀ ਕਹਿੰਦੇ ਨੇ ਨੂਰਿਆ, ਉਹ ਮੈਂ ਸ਼ਾਮਾਂ ਦੇ ਸੁਨੇਹੇ ਸੁਣਨ ਦਾ ਆਦੀ ਹੋ ਗਿਆ। ਤੂੰ ਬੇਫਿਕਰ ਹੋ ਕੇ ਮੈਨੂੰ ਸੁਨੇਹਾ ਦੇ, ਕਿਉਂਕਿ ਸ਼ਾਮ ਦਾ ਵਕਤ ਸੀ। ਮਹਾਰਾਜ ਕਹਿੰਦੇ ਉਦਣ ਵੀ ਸ਼ਾਮ ਦਾ ਵਕਤ ਸੀ ਜਿੱਦਣ ਭਾਈ ਜੈਤਾ ਜੀ ਸਾਡੇ ਪਿਤਾ ਜੀ ਦਾ ਸੀਸ ਲੈ ਕੇ ਪਹੁੰਚੇ ਸਨ। ਉਹ ਵੀ ਸ਼ਾਮ ਸੀ ਜਿੱਦਣ ਮੈਂ ਚਮਕੌਰ ਦੇ ਮੈਦਾਨ ਵਿੱਚ ਜੁਝਾਰ ਸਿੰਘ ਨੂੰ ਡਿੱਗਦਿਆਂ ਹੋਇਆਂ ਦੇਖਿਆ। ਮਮਟੀ ਤੇ ਬੈਠੇ ਹੋਏ ਸਨ। ਬਾਬਾ ਜੁਝਾਰ ਸਿੰਘ ਜੀ ਸ਼ਾਮ ਨੂੰ ਸ਼ਹੀਦ ਹੋਏ 8 ਪੋਹ ਨੂੰ। ਸੂਰਜ ਢਲ ਰਿਹਾ ਸੀ। ਉਧਰ ਗੁਰੂ ਦਾ ਲਾਲ ਰਣ ਭੂਮੀ ਦੇ ਵਿੱਚ ਸ਼ਹੀਦ ਹੋ ਰਿਹਾ ਸੀ। ਮਹਾਰਾਜ ਕਹਿੰਦੇ ਅੱਜ ਵੀ ਸ਼ਾਮ ਦਾ ਸੁਨੇਹਾ ਤੂੰ ਸਾਨੂੰ ਦੱਸ ਦੇ। ਨੂਰੇ ਨੇ ਆਖਿਆ ਸੱਚੇ ਪਾਤਸ਼ਾਹ, ਆਪ ਜੀ ਦੇ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਟੁਰ ਗਏ ਨੇ, ਦੋਵੇਂ ਸ਼ਹੀਦ ਹੋ ਗਏ ਨੇ। ਸੱਚੇ ਪਾਤਸ਼ਾਹ ਜੀ, ਉਹ ਸੂਬੇ ਨੇ ਤੇਰੇ ਲਾਲਾਂ ਨੂੰ ਨੀਹਾਂ 'ਚ ਨਪੀੜ ਦਿੱਤਾ ਹੈ, ਉਹਨਾਂ ਕੋਮਲ ਸਰੀਰਾਂ ਨੂੰ ਇੱਟਾਂ ਵਿੱਚ ਪੀੜ ਦਿੱਤਾ ਹੈ। ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਗੁਰੂ ਕਲਗੀਧਰ ਜੀ ਮੁਸਕਰਾ ਕੇ ਉੱਠੇ ਨੇ। ਉਹਨਾਂ ਨੇ ਆਖਿਆ ਕਿ ਨੂਰਿਆ, ਸੱਚ ਸੱਚ ਦੱਸੀ ਕਿ ਮੇਰੇ ਬੱਚਿਆਂ ਨੇ ਜਦੋਂ ਤੇਸੀ ਵੱਜੀ ਸੀ, ਬਾਬੇ ਫਤਿਹ ਸਿੰਘ ਨੇ ਸੀ ਤਾਂ ਨਹੀਂ ਆਖੀ, ਹਾਏ ਤਾਂ ਨਹੀਂ ਆਖੀ। ਗੁਰੂ ਪਿਆਰੇ ਸਾਰਿਆਂ ਦੇ ਸਿਰ ਝੁਕ ਗਏ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਬੱਚਿਆਂ ਦੀ ਦਾਸਤਾਨ ਸੁਣਦੇ ਆ। ਨੂਰੇ ਨੇ ਸਾਰੀ ਗੱਲ ਦੱਸੀ ਹੈ ਤੇ ਕਾਈ ਦਾ ਬੂਟਾ ਪੁੱਟ ਕੇ ਹਜ਼ੂਰ ਨੇ ਆਖਿਆ ਮੁਗਲ ਸਾਮਰਾਜ ਦੀ ਜ਼ਾਲਮਾਂ ਦੀ ਅੱਜ ਜੜ ਪੁੱਟੀ ਗਈ ਹੈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਅੱਗੇ ਚੱਲਦੇ ਨੇ, ਦੀਨੇ ਕਾਂਗੜ ਪਹੁੰਚਦੇ ਨੇ। ਸਾਧ ਸੰਗਤ ਜੀ, ਗੁਰੂ ਦੇ ਲਾਲਾਂ ਦੀ ਸ਼ਹਾਦਤ ਹੋ ਜਾਂਦੀ ਹੈ। ਨਾਂਦੇੜ ਦੀ ਧਰਤੀ ਤੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਦੇ ਨੇ ਤੇ ਗੁਰੂ ਪਿਆਰਿਓ, ਉਸ ਬਾਬੇ ਬੰਦਾ ਸਿੰਘ ਬਹਾਦਰ ਨੇ ਸਤਿਗੁਰਾਂ ਦੇ ਲਾਲ ਜਿੱਥੇ ਸ਼ਹੀਦ ਹੋਏ ਨੇ, ਉਸ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਰਣ ਭੂਮੀ ਦੇ ਵਿੱਚ ਮੌਤ ਦੇ ਘਾਟ ਉਤਾਰਿਆ। ਚੱਪੜਚਿੜੀ ਦੇ ਮੈਦਾਨ ਵਿੱਚ ਯੁੱਧ ਹੋਇਆ। ਉੱਥੇ ਕਹਿੰਦੇ ਭਾਈ ਫਤਿਹ ਸਿੰਘ ਨੇ ਤੇਗ ਦੇ ਨਾਲ ਵਜ਼ੀਰ ਖਾਨ ਦੇ 2 ਟੋਟੇ ਕਰ ਦਿੱਤੇ ਸਨ ਤੇ ਫਿਰ ਸਰਹੰਦ ਦਾ ਨਾਮ ਫਤਿਹਗੜ੍ਹ ਸਾਹਿਬ ਰੱਖਿਆ। ਉਹਨਾਂ ਨੀਹਾਂ ਦੇ ਵਿੱਚ ਲਿਆ ਕੇ ਖਾਲਸੇ ਦੇ ਨਿਸ਼ਾਨ ਗੜ ਦਿੱਤੇ ਸਨ ਤੇ ਅੱਜ ਵੀ ਅਸੀਂ ਫਤਿਹਗੜ੍ਹ ਸਾਹਿਬ ਜਾ ਕੇ ਉਹਨਾਂ ਸ਼ਹੀਦਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਕਰਦੇ ਹਾਂ, ਜਿਨ੍ਹਾਂ ਗੁਰੂ ਦੇ ਲਾਲਾਂ ਨੇ ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ ਵੱਡੇ ਸਾਕੇ ਕੀਤੇ ਨੇ। ਸਾਧ ਸੰਗਤ ਜੀ, ਅੱਜ ਗੁਰੂ ਦੇ ਲਾਲਾਂ ਦਾ ਸ਼ਹੀਦੀ ਦਿਹਾੜਾ ਹੈ। ਕੋਟ ਕੋਟ ਪ੍ਰਣਾਮ ਹੈ ਸਾਹਿਬ ਬਾਬਾ ਜੋਰਾਵਰ ਸਿੰਘ ਜੀ, ਸਾਹਿਬ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਦੇ ਚਰਨਾਂ ਤੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਨੂੰ ਦਰੋਂ ਕਰੋ ਗੁਰਸਿੱਖੀ, ਨਾਮ ਬਾਣੀ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਸਾਧ ਸੰਗਤ ਜੀ, ਅੱਜ ਆਪਾਂ ਪੌਣੇ 11 ਵਜੇ ਤੋਂ ਲੈ ਕੇ ਤਕਰੀਬਨ 11:15 ਵਜੇ ਤੱਕ ਘੱਟੋ ਘੱਟ ਸਿਮਰਨ ਕਰੀਏ, ਵਾਹਿਗੁਰੂ ਮੰਤਰ ਦਾ ਜਾਪ ਕਰੀਏ, ਮੂਲ ਮੰਤਰ ਦਾ ਜਾਪ ਕਰੀਏ, ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਤਾਂ ਕਿ ਸਾਡੀ ਹਾਜ਼ਰੀ ਉਸ ਸਮੇਂ ਉਹਨਾਂ ਦੇ ਚਰਨਾਂ ਵਿੱਚ ਲੱਗ ਸਕੇ। ਸੋ ਗੁਰੂ ਮਿਹਰ ਕਰੇ, ਸਭਨਾਂ ਨੂੰ ਦਰ ਕਰ ਤੋਂ ਗੁਰਸਿੱਖੀ ਨਾਮ ਬਾਣੀ ਦੀਆਂ ਦਾਤਾਂ ਸਤਿਗੁਰੂ ਬਖਸ਼ਣ। ਹੋਈਆਂ ਭੁੱਲਾਂ ਦੀ ਖਿਮਾ ਕਰਦੇ ਨੇ। ਫਤਿਹ ਬੁਲਾਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ